ਹਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਬੀ ਚਿਹਰੇ ਦਾ ਅਗਲਾ ਰੇਖਾ ਚਿੱਤਰ ਹੈ। ਐਬ ਤਾਂ ਇੱਕ ਵੀ ਮਾੜਾ ਵੇ ਤੂੰ ਦੋ ਲਾਈ ਫਿਰਦਾ ਹੈ। ਗੁਰਦੇਵ ਸਿੰਘ ਰੁਪਾਣਾ। 1988 'ਚ ਜਦੋਂ ਮੈਂ ਆਪਣਾ ਐਮਫਿਲ ਦਾ ਥੀਸਿਸ ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ 'ਤੇ ਲਿਖਿਆ ਸੀ, ਮੇਰੇ ਗਾਈਡ ਪਦਮ ਸ੍ਰੀ ਗੁਰਦਿਆਲ ਸਿੰਘ ਨੇ ਮੈਨੂੰ ਛੋਟ ਦਿੱਤੀ ਹੋਈ ਸੀ ਕਿ ਮੈਂ ਕਿਸੇ ਵੀ ਕਹਾਣੀਕਾਰ 'ਤੇ ਕੰਮ ਕਰ ਸਕਦਾ। ਉਸ ਸਮੇਂ ਮੇਰੇ ਦਿਮਾਗ 'ਚ 3 ਕਹਾਣੀਕਾਰ ਸਨ: ਭੁਪਿੰਦਰ ਸਿੰਘ PCS, ਗੁਰਬਚਨ ਸਿੰਘ ਭੁੱਲਰ ਅਤੇ ਗੁਰਦੇਵ ਸਿੰਘ ਰੁਪਾਣਾ। ਆਪਣੇ ਇਲਾਕੇ ਦਾ ਹੋਣ ਕਰਕੇ ਮੈਂ ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ 'ਤੇ ਕੰਮ ਕਰਨ ਦਾ ਮਨ ਬਣਾ ਲਿਆ ਅਤੇ ਗੁਰਬਚਨ ਸਿੰਘ ਭੁੱਲਰ ਤੋਂ ਖੱਤ ਰਾਹੀਂ ਰੁਪਾਣੇ ਦਾ ਦਿੱਲੀ ਦਾ ਪਤਾ ਲੈ ਕੇ ਖੱਤ ਲਿਖ ਦਿੱਤਾ। ਖੱਤ ਦਾ ਕੋਈ ਜਵਾਬ ਨਾ ਆਇਆ ਤਾਂ ਮੈਂ ਦੂਸਰਾ ਖੱਤ ਲਿਖ ਦਿੱਤਾ ਅਤੇ ਜਵਾਬ ਦੀ ਉਡੀਕ ਨਾ ਰੱਖੀ। ਇਸ ਸਮੇਂ ਦੌਰਾਨ ਮੇਰੀ ਗੁਰਬਚਨ ਸਿੰਘ ਭੁੱਲਰ ਨਾਲ ਖਤੋ ਖਿਤਾਬਤ ਜਾਰੀ ਰਹੀ। ਭੁੱਲਰ ਮੇਰੇ ਹਰ ਖੱਤ ਦਾ ਜਵਾਬ ਦਿੰਦਾ ਰਿਹਾ। ਮੈਨੂੰ ਅਫਸੋਸ ਹੋਣ ਲੱਗਿਆ ਕਿ ਮੈਂ ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ਨੂੰ ਕਿਉਂ ਨਾ ਚੁਣਿਆ। ਰੁਪਾਣੇ ਦੀ ਇੱਕ ਅੱਖੜ ਜੱਟ ਵਾਲੀ ਇਮੇਜ ਮੇਰੇ ਦਿਮਾਗ 'ਚ ਬਣ ਗਈ ਸੀ। ਮੈਂ ਵੀ ਅੱਗੋਂ ਜੱਟ ਸੀ। ਮੈਨੂੰ ਵੀ ਗੁੱਸਾ ਆਇਆ। ਮੈਂ ਸੋਚਿਆ ਸ਼ਾਇਦ ਉਹ ਸੋਚਦਾ ਹੋਏਗਾ ਕਿ ਮੈਂ ਦਿੱਲੀ ਵਿਖੇ ਆਪਣੀ ਠਹਿਰ ਬਣਾਉਣੀ ਚਾਹੁੰਦਾ ਅਤੇ ਮੈਂ ਟਿੰਡੀਆਂ ਲੈਣੀਆਂ ਇਹੋ ਜਿਹੇ ਬੰਦੇ ਤੋਂ। ਰੁਪਾਣਾ ਦੀਆਂ ਕਹਾਣੀਆਂ ਦੀਆਂ 3 ਕਿਤਾਬਾਂ ਸਨ: ਇੱਕ ਟੋਟਾ ਔਰਤ, ਆਪਣੀ ਅੱਖ ਦਾ ਜਾਦੂ ਅਤੇ ਡਿਫੈਂਸ ਲਾਈਨ। ਮੈਂ ਇਹਨਾਂ ਕਹਾਣੀਆਂ 'ਤੇ ਆਪਣਾ ਡੈਜ਼ਰਟੇਸ਼ਨ ਲਿਖ ਦਿੱਤਾ ਅਤੇ ਭੂਮਿਕਾ 'ਚ ਲਿਖਿਆ ਕਿ ਲੇਖਕ ਵੱਲੋਂ ਸਹਿਯੋਗ ਨਾ ਮਿਲਣ 'ਤੇ ਮੈਂ ਉਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਿਆ। ਮੈਨੂੰ ਉਹਦੀਆਂ ਕਹਾਣੀਆਂ ਬਾਰੇ ਲਿਖਣ 'ਚ ਵੀ ਦਿੱਕਤ ਪੇਸ਼ ਆਈ ਕਿਉਂਕਿ ਉਸ ਬਾਰੇ ਆਲੋਚਨਾਤਮਕ ਲੇਖ ਅਤੇ ਟਿੱਪਣੀਆਂ ਬਹੁਤ ਹੀ ਘੱਟ ਮਿਲਦੀਆਂ। ਕਿਸੇ ਇੱਕ ਅੱਧ ਕਿਤਾਬ 'ਚ ਉਹਦੇ ਬਾਰੇ ਲਿਖੀ ਇੱਕ ਅੱਧ ਲਾਈਨ ਹੀ ਮਿਲਦੀ ਸੀ। ਇੱਕ ਦਹਾਕੇ ਬਾਅਦ ਮੈਂ ਸੁਣਿਆ ਕਿ ਰੁਪਾਣਾ ਦਿੱਲੀ ਛੱਡ ਕੇ ਆਪਣੇ ਪਿੰਡ ਰੁਪਾਣੇ ਆ ਕੇ ਰਹਿਣ ਲੱਗ ਪਿਆ। ਇਸ ਸਮੇਂ ਦੌਰਾਨ ਮੈਂ ਵੀ ਆਪਣਾ ਪਿੰਡ ਛੱਡ ਕੇ ਮੁਕਤਸਰ ਆ ਗਿਆ ਸੀ। ਮੁਕਤਸਰ ਤੋਂ ਰੁਪਾਣਾ ਸਿਰਫ 7 ਕਿਲੋਮੀਟਰ ਦੀ ਵਿੱਥ 'ਤੇ ਹੈ, ਪਰ ਮੈਨੂੰ ਕਦੇ ਵੀ ਉਹਨੂੰ ਮਿਲਣ ਦੀ ਇੱਛਾ ਨਾ ਹੋਈ ਅਤੇ ਨਾ ਹੀ ਕੋਈ ਲੋੜ ਸੀ। ਇੱਥੋਂ ਦੀ ਇੱਕ ਨਵੀਂ ਬਣੀ ਸ਼ਾਇਰਾ ਨੇ ਦੱਸਿਆ ਕਿ ਰੁਪਾਣਾ ਸਾਹਿਬ ਦਾ ਤਾਂ ਉਹਦੀ ਦੁਕਾਨ 'ਤੇ ਘੰਟਿਆਂ ਬੱਧੀ ਬੈਠੇ ਰਹਿੰਦੇ ਆ। ਇੱਕ ਦਿਨ ਵਿਅੰਗ ਟੋਟਕੇ ਲਿਖਣ ਵਾਲਾ ਅਮਰਜੀਤ ਸ਼ਰਮਾ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਅੱਜ ਉਹਨੇ ਸ਼ਾਇਰਾ ਦੀ ਦੁਕਾਨ 'ਤੇ 2 ਘੰਟੇ ਗੁਰਦੇਵ ਸਿੰਘ ਰੁਪਾਣਾ ਦੀ ਸੰਗਤ ਦਾ ਆਨੰਦ ਮਾਣਿਆ। ਸ਼ਰਮੇ ਨੇ ਦੱਸਿਆ ਸਾਹਿਤ ਸਭਾ ਲੱਖੇਵਾਲੀ ਵਾਲੇ ਉਸ ਨਾਲ ਰੂਬਰੂ ਰੱਖ ਰਹੇ ਹਨ। ਪਰ ਰੁਪਾਣੇ ਨੇ ਮੈਨੂੰ ਕਹਿ ਦਿੱਤਾ ਕਿ ਸ਼ਰਮਾ ਤੂੰ ਤਾਂ ਭਾਵੇਂ ਲੱਖੇਵਾਲੀ ਨਾ ਹੀ ਆਈ, ਕਿਉਂਕਿ ਆਪਣੀ ਤਾਂ ਅੱਜ ਹੀ ਬਹੁਤ ਰੂਹ ਬਦਰੂ ਹੋ ਚੁੱਕੀ ਹੈ। ਪਰ ਅੱਜ ਤੱਕ ਉਸ ਸਾਹਿਤ ਸਭਾ ਵੱਲੋਂ ਰੁਪਾਣੇ ਨਾਲ ਰੂਬਰੂ ਨਹੀਂ ਰੱਖਿਆ ਗਿਆ। ਪਰ ਹੋਰ ਪਾਸੇ ਆਸੇ-ਪਾਸੇ ਦਾ ਨਿੱਕਾ ਮੋਟਾ ਲੇਖਕ ਉਹਨਾਂ ਨੇ ਛੱਡਿਆ ਕੋਈ ਨਹੀਂ। ਰੂਬਰੂ ਨਾ ਹੋਣ ਦਾ ਕਾਰਨ ਵੀ ਜਾਣ ਲਓ। ਸਭਾ ਦੇ ਕਰਤਾ ਧਰਤਾ ਅਤੇ 1 ਮੈਨ ਸ਼ੋਅ ਬਲਦੇਵ ਸਿੰਘ ਆਜ਼ਾਦ ਨੇ ਰੁਪਾਣੇ ਨੂੰ ਫੋਨ ਕੀਤਾ। ਮੈਂ ਸਾਹਿਤ ਸਭਾ ਲੱਖੇਵਾਲੀ ਦਾ ਪ੍ਰਧਾਨ ਬੋਲ ਰਿਹਾ। ਉਹਨੂੰ ਉਮੀਦ ਸੀ ਕਿ ਰੁਪਾਣਾ ਉਸ ਨਾਲ ਖੁਸ਼ਾਮਦੀ ਭਰੀਆਂ ਮਿੱਠੀਆਂ ਗੱਲਾਂ ਕਰੇਗਾ, ਜਿਵੇਂ ਰੂਬਰੂ ਰੱਖੇ ਜਾਣ 'ਤੇ ਦੂਜੇ ਲੇਖਕ ਜਾਂ ਕੱਚ ਘਰੜ ਲੇਖਕ ਕਰਦੇ ਹੈ। ਪਰ ਇੱਥੇ ਤਾਂ ਮਾਮਲਾ ਉਲਟ ਸੀ ਅਤੇ ਅੱਗੋਂ ਰੁੱਖੀ ਜਿਹੀ ਆਵਾਜ਼ ਆਈ, ਹਾਂ ਬੋਲੋ, ਅਤੇ ਪ੍ਰਧਾਨ ਜੀ ਚੁੱਪ ਹੋ ਗਏ। ਕੁਝ ਮਹੀਨਿਆਂ ਬਾਅਦ ਹੀ ਸਾਹਿਤ ਸਭਾ ਮੁਕਤਸਰ ਨੇ ਪਹਿਲਾ ਫੁਲੇਲ ਸਿੰਘ ਫੁੱਲ ਯਾਦਗਾਰੀ ਅਵਾਰਡ ਗੁਰਦੇਵ ਸਿੰਘ ਰੁਪਾਣੇ ਨੂੰ ਦਿੱਤਾ। ਉਹ ਥੋੜ੍ਹੇ ਜਿਹੇ ਸਮੇਂ ਲਈ ਸਮਾਗਮ 'ਚ ਆਇਆ ਅਤੇ ਆਪਣਾ ਨਗਦਨਾਮਾ ਲੈ ਕੇ ਚੱਲਦਾ ਬਣਿਆ। ਉਸ ਦਿਨ ਪਹਿਲੀ ਵਾਰ ਮੈਂ ਰੁਪਾਣਾ ਨੂੰ ਵੇਖਿਆ ਅਤੇ ਉਸ ਨਾਲ 2 ਸ਼ਬਦ ਸਾਂਝੇ ਹੋਏ। ਯਾਰ ਮੈਨੂੰ ਪਤਾ ਹੈ ਤੂੰ ਮੇਰੇ ਨਾਲ ਨਾਰਾਜ਼ ਹੈ। ਜਾਂਦੇ ਜਾਂਦੇ ਉਹਨੇ ਮੇਰੇ ਨਾਲ ਹੱਥ ਮਿਲਾ ਕੇ ਕਿਹਾ ਤਾਂ ਮੈਂ ਵੀ ਮੋੜਵਾਂ ਉੱਤਰ ਦੇ ਦਿੱਤਾ, ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਰੁਪਾਣਾ ਸਾਹਿਬ, ਮੇਰਾ ਸੁਭਾਅ ਵੀ ਤੁਹਾਡੇ ਵਰਗਾ ਹੀ ਹੈ। ਅਤੇ ਸਾਡੀ ਵਿੱਥ ਬਣੀ ਰਹੀ। 3-4 ਸਾਲ ਹੋਰ ਬੀਤ ਗਏ ਸਨ। ਸਮਾਂ ਤਾਂ ਭੱਜਿਆ ਜਾ ਰਿਹਾ ਸੀ ਕਿ ਸ਼ਾਮ ਦੀ ਮਹਿਫਿਲ 'ਚ ਅਚਾਨਕ ਗੁਰਦੇਵ ਸਿੰਘ ਰੁਪਾਣਾ ਦੇ ਡਰਾਮਾ ਕਲਾਕਾਰ ਪੁੱਤ ਨਾਲ ਮੁਲਾਕਾਤ ਹੋ ਗਈ। ਮੁਕਤਸਰ ਦੇ ਜਗਦੇਵ ਹੋਟਲ ਦੀ ਲੌਨ 'ਚ ਸਾਡੀ ਸੰਸਥਾ ਡਾਇਟ ਦੇ ਪ੍ਰਿੰਸੀਪਲ ਘਰ ਪੋਤਰਾ ਹੋਣ ਦੀ ਖੁਸ਼ੀ ਦੀ ਪਾਰਟੀ ਚੱਲ ਰਹੀ ਸੀ। 3-3, 4-4 ਪੈਗ ਪੀਤੇ ਜਾ ਚੁੱਕੇ ਸਨ। ਸਾਡਾ ਇੱਕ ਨਵਾਂ ਆਇਆ ਸਟਾਫ ਮੈਂਬਰ ਇੱਕ ਅਜਨਬੀ ਨੌਜਵਾਨ ਨੂੰ ਆਪਣੇ ਨਾਲ ਲੈ ਆਇਆ ਸੀ ਅਤੇ ਉਹ ਸਾਡੇ ਤੋਂ ਕੁਝ ਵਿੱਥ 'ਤੇ ਬੈਠ ਗਏ ਸਨ। ਫਿਰ ਉਹ ਨਵਾਂ ਸਟਾਫ ਮੈਂਬਰ ਆ ਕੇ ਮੈਨੂੰ ਵੀ ਆਪਣੇ ਟੇਬਲ 'ਤੇ ਲੈ ਗਿਆ ਅਤੇ ਉਸ ਨੌਜਵਾਨ ਨੂੰ ਮਿਲਾਉਂਦਿਆਂ ਬੋਲਿਆ, ਇਹ ਪ੍ਰਸਿੱਧ ਲੇਖਕ ਗੁਰਦੇਵ ਸਿੰਘ ਰੁਪਾਣਾ ਦੇ ਲੜਕੇ ਪ੍ਰੀਤਪਾਲ ਨੇ ਅਤੇ ਇਹਨੇ ਕਹਾਣੀਕਾਰ ਹਰਜਿੰਦਰ ਸਿੰਘ ਸੂਰੇਵਾਲੀਆ। ਪ੍ਰੀਤਪਾਲ ਮੈਨੂੰ ਜੱਫੀ ਪਾ ਕੇ ਮਿਲਿਆ। ਉਹਨਾਂ ਦਿਨਾਂ 'ਚ ਮੈਗਜ਼ੀਨ ਸ਼ਬਦ ਵਿੱਚ ਮੇਰੀ ਕਹਾਣੀ ਪਾਪਾ ਆਪਾਂ ਬਰਾੜ ਹੁੰਨੇ ਆ ਛਪੀ ਸੀ। ਪ੍ਰੀਤਪਾਲ ਨੇ ਸੱਜੇ ਹੱਥ ਦੀ ਪਹਿਲੀ ਉਂਗਲ ਮੱਥੇ 'ਤੇ ਰੱਖੀ ਅਤੇ ਕੁਝ ਸੋਚ ਕੇ ਬੋਲਿਆ, ਤੁਹਾਡੀ ਕਹਾਣੀ ਪੜ੍ਹੀ ਸੀ, ਪਾਪਾ ਆਪਾਂ ਬਰਾੜ ਹੁੰਨੇ ਆ। ਕਿਆ ਕਹਾਣੀ ਹੈ, ਬਹੁਤ ਵਧੀਆ ਕਹਾਣੀ। ਇਹ ਕਹਾਣੀ ਤੁਸੀਂ ਲਿਖੀ ਹੈ? ਉਹਨੇ ਪੁੱਛਿਆ ਜਿਵੇਂ ਵਧੀਆ ਕਹਾਣੀਆਂ ਉਹਦਾ ਪਿਓ ਹੀ ਲਿਖ ਸਕਦਾ ਹੋਵੇ, ਕੋਈ ਹੋਰ ਨਹੀਂ।
ਮੈਂ ਕਿਹਾ ਹਾਂ, ਇਹ ਕਹਾਣੀ ਮੈਂ ਹੀ ਲਿਖੀ ਹੈ। ਪ੍ਰੀਤਪਾਲ ਕਾਫੀ ਨਸ਼ੇ 'ਚ ਸੀ। ਉਹ ਪਹਿਲਾਂ ਵੀ ਕਿਤੋਂ ਪੀਂਦੇ ਆਏ ਸੀ। ਉਹ ਫੇਰ ਬੋਲਿਆ, ਬਹੁਤ ਹੀ ਵਧੀਆ ਕਹਾਣੀ ਹੈ, ਇਹ ਕਹਾਣੀ ਮੇਰੇ ਨਾਂ ਕਰ ਦਿਓ। ਮੈਂ ਤੁਹਾਡੇ ਨਾਂ ਇੱਕ ਕਿੱਲਾ ਜ਼ਮੀਨ ਦਾ ਕਰ ਦਿਆਂਗਾ। ਮੈਂ ਇਸ 'ਤੇ ਨਾਟਕ ਬਣਾਵਾਂਗਾ। ਕੀ ਇਹ ਕਹਾਣੀ ਸੱਚਮੁੱਚ ਹੀ ਤੁਸੀਂ ਲਿਖੀ ਹੈ? ਪ੍ਰੀਤਪਾਲ ਨੂੰ ਜਿਵੇਂ ਅਜੇ ਵੀ ਵਿਸ਼ਵਾਸ ਨਹੀਂ ਸੀ ਆ ਰਿਹਾ। ਹਾਂ, ਇਹ ਕਹਾਣੀ ਮੈਂ ਹੀ ਲਿਖੀ ਹੈ। ਕੀ ਤੂੰ ਸੱਚਮੁੱਚ ਹੀ ਗੁਰਦੇਵ ਰੁਪਾਣੇ ਦਾ ਮੁੰਡਾ ਹੈ? ਮੈਨੂੰ ਵੀ ਕਾਫੀ ਨਸ਼ਾ ਹੋ ਗਿਆ ਸੀ ਅਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਐਡੇ ਵੱਡੇ ਕਹਾਣੀਕਾਰ ਦਾ ਲੜਕਾ ਮੇਰੀ ਕਹਾਣੀ ਦੀ ਤਾਰੀਫ ਕਰ ਰਿਹਾ ਸੀ। ਪ੍ਰੀਤਪਾਲ ਨੇ ਫਿਰ ਮੈਨੂੰ ਜੱਫੀ ਪਾ ਲਈ। ਸਾਡੇ ਦੂਸਰੇ ਸਟਾਫ ਮੈਂਬਰ ਹੈਰਾਨ ਸੀ ਕਿ ਕੁਝ ਚਿਰ ਪਹਿਲਾਂ ਦੇ ਅਜਨਬੀ ਹੁਣ ਜੱਫੀਆਂ ਪਾਪਾ ਮਿਲ ਰਹੇ ਹੈ। ਇਸ ਘਟਨਾ ਤੋਂ ਥੋੜ੍ਹੇ ਦਿਨ ਬਾਅਦ ਹੀ ਗੁਰਦੇਵ ਸਿੰਘ ਰੁਪਾਣਾ ਨੂੰ ਮਿਲਣ ਦਾ ਸਬੱਬ ਬਣ ਗਿਆ। ਕਹਾਣੀਕਾਰ ਜਿੰਦਰ ਆਪਣੇ ਦਫ਼ਤਰੀ ਕੰਮ ਮੁਕਤਸਰ ਆਇਆ ਹੋਇਆ ਸੀ। ਉਹਨੇ ਫ਼ੋਨ ਕੀਤਾ ਕਿ ਮੋਟਰਸਾਈਕਲ ਲੈ ਕੇ ਬੱਸ ਸਟੈਂਡ ਦੇ ਸਾਹਮਣੇ ਵਾਲੇ ਹੋਟਲ 'ਤੇ ਆ ਜਾਵਾਂ, ਰੁਪਾਣੇ ਨੂੰ ਮਿਲਣ ਜਾਣਾ। ਗਰਮੀ ਰੁੱਤ ਦੀ ਢਲਦੀ ਦੁਪਹਿਰ ਸੀ। ਫਿਰਨੀ ਜਾ ਕੇ ਅਸੀਂ ਪਿੰਡ ਦੇ ਦੂਜੇ ਪਾਸੇ ਚੜ੍ਹਦੇ ਵੱਲ ਜਾ ਕੇ ਰੁਪਾਣੇ ਦਾ ਘਰ ਪੁੱਛਿਆ। ਬਾਹਰਲੀ ਕੱਚੀ ਫਿਰਨੀ ਤੋਂ ਪਿੰਡ ਵੱਲ ਜਾਂਦੀ ਗਲੀ 'ਚ 20 ਕੁ ਕਰਮਾਂ ਸੱਜੇ ਹੱਥ ਟੁੱਟੇ ਜਿਹੇ ਤਖਤਿਆਂ ਵਾਲਾ ਵੱਡਾ ਬਾਰ ਸੀ। ਸਾਹਮਣੇ ਕਾਫੀ ਭਰਤ ਪਾ ਕੇ ਛੋਟੀ ਜਿਹੀ ਕੋਠੀ ਪਾਈ ਸੀ ਜੋ ਅਜੇ ਅਧੂਰੀ ਸੀ। ਸੱਜੇ ਹੱਥ ਨੀਵਾਂ ਜਿਹਾ ਪੁਰਾਣਾ ਮਕਾਨ ਸੀ। ਕੋਠੀ ਤੇ ਮਕਾਨ ਦੇ ਵਿਚਕਾਰ 15 ਕੁ ਫੁੱਟ ਚੌੜਾ ਰਸਤਾ ਸੀ ਜੋ ਅਗਲੇ ਮਕਾਨ ਨੂੰ ਜਾਂਦਾ ਸੀ। ਮੈਨੂੰ ਸਾਡਾ ਪੁਰਾਣਾ ਘਰ ਯਾਦ ਆ ਗਿਆ। ਸਾਡਾ ਵੀ ਇਸੇ ਤਰ੍ਹਾਂ ਪਿੰਡ ਦੀ ਅੰਦਰਲੀ ਫਿਰਨੀ ਤੇ ਟੁੱਟੇ ਜਿਹੇ ਤਖਤਿਆਂ ਵਾਲਾ ਵੱਡਾ ਬਾਰ ਸੀ। ਅਧਿਆਪਕ ਪਿਤਾ ਜੀ ਨੇ ਬਦਲੀ ਨੇੜਲੇ ਪਿੰਡ ਦੀ ਕਰਵਾ ਲਈ ਸੀ ਤੇ ਅਸੀਂ ਹੁਣ ਪੱਕੇ ਤੌਰ 'ਤੇ ਪਿੰਡ ਰਹਿਣ ਲੱਗ ਪੈਣਾ ਸੀ। ਤਾਂ 3 ਭਰਾਵਾਂ ਨੇ ਚੂਹਾ ਚੂਹੀ ਕਰਕੇ ਵੱਖ-ਵੱਖ ਆਕਾਰਾਂ ਦੇ ਡੱਕੇ ਸਾਂਝੇ ਬੰਦੇ ਦੀ ਮੁੱਠੀ ਵਿੱਚੋਂ ਖਿੱਚੇ ਜਾਂਦੇ ਇਸ ਮਕਾਨ ਨੂੰ ਵੰਡਿਆ ਸੀ। ਪਿਤਾ ਜੀ ਨੂੰ ਸਭ ਤੋਂ ਛੋਟਾ ਡੱਕਾ ਚੂਹੀ ਆ ਗਿਆ ਸੀ ਤੇ ਅਗਲੇ ਸਿਰੇ ਦੇ ਪੁਰਾਣੀਆਂ 2 ਕਮਰਿਆਂ ਵਾਲਾ ਹਿੱਸਾ ਮਿਲਿਆ ਸੀ। ਦੂਜੇ ਦੋਵੇਂ ਭਰਾ ਰਲ ਗਏ। ਉਹਨਾਂ ਨੇ ਆਪਣੇ ਬਾਰ ਵਿੱਚੋਂ ਸਾਡਾ ਲਾਂਘਾ ਬੰਦ ਕਰ ਦਿੱਤਾ ਤੇ ਸਾਨੂੰ ਖੜੇ ਪੈਰ ਨਾਲ ਜਾਂਦੀ 11 ਫੁੱਟੀ ਗਲੀ 'ਚ ਛੋਟਾ ਬਾਰ ਕੱਢਣਾ ਪਿਆ ਸੀ। 2 ਕਨਾਲਾਂ ਦੇ ਕਰੀਬ ਥਾਂ ਵਿੱਚ ਵੱਖ-ਵੱਖ ਆਕ੍ਰਿਤੀਆਂ ਦੇ ਬੇਤਰਤੀਬੇ ਮਕਾਨ ਵੇਖ ਕੇ ਮੇਰਾ ਮੱਥਾ ਠਣਕਿਆ। ਇਹ ਤਾਂ ਸਪਸ਼ਟ ਹੀ ਲੜਾਈ ਝਗੜੇ ਦਾ ਮੁੱਢ ਵੱਜਿਆ ਦਿਸ ਰਿਹਾ ਸੀ। ਇਹ ਤੀਸਰਾ ਮਕਾਨ ਗੁਰਦੇਵ ਰੁਪਾਣਾ ਦਾ ਸੀ। ਸਧਾਰਨ ਜਿਹਾ ਮਕਾਨ ਅੰਗਰੇਜ਼ੀ ਦੇ ਅੱਖਰ L ਦੀ ਸ਼ਕਲ ਦਾ ਸੀ, ਜਿਹਦੇ ਇੱਕ ਬਾਹੀ ਤੇ 2 ਕਮਰੇ, ਉਹਨਾਂ ਮੂਹਰੇ 9 ਕੁ ਫੁੱਟ ਚੌੜਾ ਵਰਾਂਡਾ ਤੇ ਦੂਜੇ ਬਾਹੀ ਤੇ ਇੱਕ ਛੋਟਾ ਕਮਰਾ, ਰਸੋਈ ਤੇ ਗੁਸਲਖਾਨਾ ਸੀ। ਇਸ ਮਕਾਨ 'ਚ ਰੁਪਾਣਾ ਆਪਣੀ ਪਤਨੀ, ਨੂੰਹ ਪੁੱਤ ਤੇ ਇੱਕ ਕੁਆਰੇ ਪੁੱਤ ਪ੍ਰੀਤਪਾਲ ਨਾਲ ਰਹਿ ਰਿਹਾ ਸੀ। ਰੁਪਾਣਾ ਸਾਹਿਬ, ਅਸੀਂ ਵਿਹੜੇ 'ਚ ਖੜ ਕੇ ਆਵਾਜ਼ ਮਾਰੀ ਤਾਂ 65-70 ਸਾਲ ਦੀ ਮਾਤਾ ਸਾਹਮਣੇ ਵਾਲੇ ਸੱਜੇ ਕਮਰੇ 'ਚੋਂ ਨਿਕਲ ਕੇ ਨਾਲ ਦੇ ਕਮਰੇ 'ਚ ਵੜ ਗਈ ਤੇ ਰੁਪਾਣਾ ਇਸ ਕਮਰੇ ਦੇ ਬਾਹਰ 'ਚ ਆ ਖੜੋਤਾ। ਇਹ ਉਹਦਾ ਕਮਰਾ ਸੀ, ਜਿਹਦੇ ਬਾਰ ਦੇ ਨਾਲ ਹੀ ਸਾਦਾ ਜਿਹਾ ਡਬਲ ਬੈੱਡ ਲੱਗਿਆ ਸੀ। ਬੈੱਡ ਦੇ ਨਾਲ ਇੱਕ ਪਾਸੇ ਛੋਟੀ ਜਿਹੀ ਤਪਾਈ ਪਈ ਸੀ ਤੇ ਇਹਦੇ ਪਿੱਛੇ 2 ਲੱਕੜ ਦੀਆਂ ਆਰਾਮ ਕੁਰਸੀਆਂ ਰੱਖੀਆਂ ਸੀ। ਬੈੱਡ ਦੇ ਸਾਹਮਣੇ ਵਾਲੀ ਕੰਧ ਦੇ ਨਾਲ ਲੱਕੜ ਤੇ ਮੇਜ਼ ਤੇ ਟੈਲੀਵਿਜ਼ਨ ਪਿਆ ਸੀ। ਰੁਪਾਣਾ ਆਪਣੇ ਬੈੱਡ ਤੇ ਬੈਠ ਗਿਆ। ਮੈਂ ਤੇ ਜਿੰਦਰ ਕੁਰਸੀਆਂ ਮੱਲ ਲਈਆਂ। ਬੈੱਡ ਦੇ ਸੱਜੇ ਪਾਸੇ ਪਏ ਮੇਜ਼ ਤੇ ਕਿਤਾਬਾਂ ਦਾ ਢੇਰ ਪਿਆ ਸੀ ਤੇ ਕੁਝ ਕਿਤਾਬਾਂ ਉਹਦੇ ਬੈੱਡ ਤੇ ਖਿਲਰੀਆਂ ਪਈਆਂ ਸੀ। ਪਾਈ ਦੇ ਇੱਕ ਕੋਨੇ ਤੇ ਐਸ਼ਟਰੇ ਪਈ ਸੀ। ਇੱਕ ਕੰਧ ਤੇ ਉਹਦੀ ਫਰੇਮ ਕੀਤੀ ਫੋਟੋ ਟੰਗੀ ਸੀ। ਵਲੇਟੇ ਮਾਰ ਕੇ ਢਿੱਲੜ ਜੀ ਪੱਗ ਵਾਲੀ ਫੋਟੋ ਵਿੱਚ ਰੁਪਾਣਾ ਕੋਈ ਮੁਸਲਮਾਨ ਸੂਫੀ ਫਕੀਰ ਜਾਪਦਾ ਹੈ। ਇਹ ਫੋਟੋ ਕੋਟਕਪੁਰੇ ਵਾਲੇ ਸੁਭਾਸ਼ ਪਰਿਹਾਰ ਦੀ ਖਿੱਚੀ ਹੋਈ ਹੈ। ਸਿਰਹਾਣੇ ਵਾਲੇ ਪਾਸੇ ਬੈੱਡ ਦੇ ਪਾਵੇ ਨਾਲ ਮੋਟੇ ਸੰਤਰੇ ਦੀ ਬੋਤਲ ਪਈ ਸੀ, ਜਿਸ 'ਚ ਪਊਆ ਕੁ ਦਾਰੂ ਬਚੀ ਸੀ। ਬੈਠਣ ਸਾਰੀ ਮੈਂ ਕਮਰੇ ਦਾ ਸਰਸਰੀ ਜਿਹਾ ਜਾਇਜ਼ਾ ਲੈ ਲਿਆ ਸੀ। ਕਿਹੜੀ ਪਿਆਓਗੇ ਫਿਰ? ਕੁਰਸੀ ਤੇ ਬੈਠ ਕੇ ਆਸੇ-ਪਾਸੇ ਵੇਖ ਕੇ ਕੰਨਾਂ ਤੱਕ ਮੁਸਕਰਾਉਂਦੇ ਹੋਏ ਜਿੰਦਰ ਬੋਲਿਆ। ਸ਼ਾਇਦ ਮੋਟੇ ਸੰਤਰੇ ਦੀ ਬੋਤਲ ਉਹਦੇ ਵੀ ਨਜ਼ਰੀ ਪੈ ਗਈ ਸੀ। ਜਿਹੜੀ ਲਿਆਏ ਹੋ ਉਹੀ ਪੀ ਲੈਣੀ। ਇਹ ਤਾਂ ਉਹੀ ਗੱਲ ਹੋਈ, ਜੇ ਤੁਸੀਂ ਸਾਡੇ ਆਏ ਹੋ ਤਾਂ ਕੀ ਲਿਆਓਗੇ ਤੇ ਜੇ ਅਸੀਂ ਆਈਏ ਤਾਂ ਕੀ ਦਿਓਗੇ? ਮੈਂ ਕਹਿਣਾ ਚਾਹਿਆ ਪਰ ਕਿਹਾ ਨਹੀਂ। ਅਸੀਂ 1.5-2 ਘੰਟੇ ਬੈਠੇ ਰਹੇ। ਕਿਸੇ ਤੋਂ ਸੁਣਿਆ ਸੀ ਕਿ ਰੁਪਾਣਾ ਬਿਮਾਰ ਹੈ, ਪਰ ਇਸ ਵਿੱਚ ਤਾਂ ਬਿਮਾਰੀ ਵਾਲੀ ਕੋਈ ਗੱਲ ਹੀ ਨਹੀਂ ਸੀ। ਉਹ ਤਾਂ ਸਿਗਰਟ ਤੇ ਸਿਗਰਟ ਫੂਕੀ ਜਾ ਰਿਹਾ ਸੀ। ਉਹ ਹਰ ਸਧਾਰਨ ਗੱਲ ਨੂੰ ਅਸਾਧਾਰਨ ਹਾਵ ਭਾਵਾਂ ਨਾਲ ਪੇਸ਼ ਕਰ ਰਿਹਾ ਸੀ। ਗੱਲ ਕਰਨ ਵੇਲੇ ਉਹ ਬੁੱਲਾਂ ਨੂੰ ਗੋਲ ਜਿਹਾ ਬਣਾਉਂਦਾ, ਜਿਵੇਂ ਸੀਟੀ ਮਾਰਨ ਵੇਲੇ ਬਣਾਈਦੇ ਹੈ। ਬਹੁਤੀਆਂ ਗੱਲਾਂ ਉਹ ਦਿੱਲੀ ਦੇ ਲੇਖਕਾਂ ਦੀਆਂ ਤੇ ਖਾਸ ਤੌਰ 'ਤੇ ਅੰਮ੍ਰਿਤਾ ਪ੍ਰੀਤਮ ਦੀਆਂ ਕਰ ਰਿਹਾ ਸੀ। ਉਹਦੀ ਨਾਗਮਣੀ 'ਚ ਪਹਿਲੀ ਕਹਾਣੀ ਇੱਕ ਟੋਟਾ ਔਰਤ ਛਪਣ 'ਤੇ ਅੰਮ੍ਰਿਤਾ ਨੇ ਉਹਨੂੰ ਨਾਗਮਣੀ ਸ਼ਾਮ 'ਚ ਸੱਦਾ ਦੇ ਦਿੱਤਾ ਸੀ, ਜਿਸ ਵਿੱਚ ਉਹ ਕੁਝ ਗਿਣਵਿਆਂ ਤੇ ਖਾਸ ਲੇਖਕਾਂ ਨੂੰ ਹੀ ਸੱਦਦੀ ਸੀ। ਅੰਮ੍ਰਿਤਾ ਦੇ ਸਿਗਰਟਾਂ ਪੀਣ ਦਾ ਤਾਂ ਸਭ ਨੂੰ ਪਤਾ ਹੈ, ਪਰ ਉਹਨੇ ਦੱਸਿਆ ਕਿ ਅੰਮ੍ਰਿਤਾ ਸਾਡੇ ਨਾਲ ਬੈਠ ਕੇ ਸ਼ਰਾਬ ਵੀ ਪੀ ਲੈਂਦੀ ਸੀ। ਰੁਪਾਣੇ ਦੇ ਦਿਲ 'ਚ ਅੰਮ੍ਰਿਤਾ ਪ੍ਰਤੀ ਬਹੁਤ ਸਤਿਕਾਰ ਹੈ। ਰੁਪਾਣੇ ਮੁਤਾਬਕ ਅੰਮ੍ਰਿਤਾ ਇੱਕ ਸਮਝਦਾਰ ਔਰਤ ਸੀ ਜੋ ਆਪਣੇ ਆਪ ਨੂੰ
ਔਰਤ ਨਹੀਂ ਇਨਸਾਨ ਸਮਝਦੀ ਸੀ ਤੇ ਮਰਦਾਂ 'ਚ ਬੈਠ ਕੇ ਹਰ ਮਸਲੇ 'ਤੇ ਵਿਚਾਰ ਕਰ ਸਕਦੀ ਸੀ ਤੇ ਮਰਦਾਵੇਂ ਲਤੀਫੇ ਸੁਣ ਕੇ ਖੁਸ਼ ਹੁੰਦੀ ਸੀ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਦਿੱਲੀ ਛੱਡ ਕੇ ਰੁਪਾਣਾ ਇੱਥੇ ਕਿਵੇਂ ਰਹਿ ਰਿਹਾ ਹੈ। ਹੁਣ ਤਾਂ ਪਿੰਡ ਵੀ ਸ਼ਹਿਰਾਂ ਵਰਗੇ ਬਣੇ ਪਏ ਹੈ, ਪੱਕੀਆਂ ਗਲੀਆਂ ਨਾਲੀਆਂ ਹੈ, ਪਿੰਡ 'ਚ ਹਰ ਚੀਜ਼ ਮਿਲ ਜਾਂਦੀ ਹੈ। ਰੁਪਾਣਾ ਪਿੰਡ ਵੀ ਅੱਡੇ ਵਾਲੇ ਪਾਸੇ ਪੱਛਮ ਤੋਂ ਕਸਬਾ ਹੀ ਹੈ, ਪਰ ਜਿਸ ਪਾਸੇ ਗੁਰਦੇਵ ਰੁਪਾਣੇ ਦਾ ਘਰ ਹੈ ਇਸ ਪਾਸੇ ਦਾ ਪਿੰਡ 40 ਸਾਲ ਪੁਰਾਣਾ ਜਾਪ ਰਿਹਾ ਸੀ। ਟੋਇਆਂ ਵਾਲੀ ਕੱਚੀ ਫਿਰਨੀ ਤੇ ਥਾਂ ਥਾਂ ਪਾਣੀ ਦੇ ਚਲੇ, ਪਰ ਰੁਪਾਣਾ ਪਿੰਡ ਰਹਿ ਕੇ ਵੀ ਖੁਸ਼ ਹੈ। ਉਹ ਪਿੰਡ ਦੇ ਲੋਕਾਂ ਨਾਲ ਤਾਸ਼ ਖੇਡਦਾ। ਉਹਨੂੰ ਦੁੱਖ ਹੈ ਕਿ ਪਿੰਡ ਵਿੱਚ ਹੁਣ ਕੋਈ ਵਿਰਲਾ ਟਾਵਾਂ ਹੀ ਉਹਦਾ ਤਾਇਆ ਚਾਚਾ ਹੈ। ਕਿਸੇ ਦਿੱਲੀ ਵਾਲੇ ਬੰਦੇ ਨੇ ਵੀ ਉਹ ਤੋਂ ਇਹ ਸਵਾਲ ਪੁੱਛ ਲਿਆ ਸੀ ਕਿ ਉਹ ਪਿੰਡ 'ਚ ਕਿਵੇਂ ਰਹਿ ਰਿਹਾ ਹੈ। ਰੁਪਾਣੇ ਨੇ ਆਪਣੇ ਸੁਭਾਅ ਅਨੁਸਾਰ ਉਹਨੂੰ ਜਵਾਬ ਦਿੱਤਾ ਸੀ ਕਿ ਦਿੱਲੀ ਵਰਗੇ ਖੋਤੇ ਇੱਥੇ ਵੀ ਬਹੁਤ ਹਨ। ਵਾਪਸ ਮੁੜੇ ਆ ਰਹੇ ਸਾਂ ਤਾਂ ਮੈਂ ਸੋਚ ਰਿਹਾ ਸੀ ਇਸ ਬੰਦੇ ਨੂੰ ਪਹਿਲਾਂ ਕਿਉਂ ਨਾ ਮਿਲਿਆ, ਤੇ ਫਿਰ ਸਾਡਾ ਮੁਲਾਕਾਤਾਂ ਦਾ ਸਿਲਸਿਲਾ ਚੱਲ ਪਿਆ। ਇਸ ਸਮੇਂ ਗੁਰਸੇਵਕ ਸਿੰਘ ਪ੍ਰੀਤ ਨਵਾਂ ਕਹਾਣੀ ਲਿਖਣ ਲੱਗਿਆ ਸੀ। ਉਹਨੇ ਰੁਪਾਣੇ ਨੂੰ ਆਪਣਾ ਗੁਰੂ ਧਾਰ ਲਿਆ ਸੀ। ਗੁਰੂ ਅਕਸਰ ਹੀ ਚੇਲੇ ਕੋਲ ਆਇਆ ਰਹਿੰਦਾ। ਜੱਟਾ ਕੀ ਕਰਦਾ ਹੈ, ਆ ਜਾ, ਰੁਪਾਣਾ ਸਾਹਿਬ ਆਏ ਹੋਏ ਨੇ। ਪ੍ਰੀਤ ਦਾ ਮੈਨੂੰ ਫੋਨ ਆਉਂਦਾ। ਅਸੀਂ ਦੇਰ ਤੱਕ ਬੈਠੇ ਰਹਿੰਦੇ। ਰਾਤ ਉੱਤਰ ਆਉਂਦੀ ਤਾਂ ਉਹਨੂੰ ਪਿੰਡ ਛੱਡ ਕੇ ਆਉਂਦੇ। ਕਦੀ ਪ੍ਰੀਤ ਆਪਣੀ ਕਾਰ ਲੈ ਜਾਂਦਾ, ਕਦੀ ਮੈਂ। ਪਤਨੀ ਨੂੰ ਪਤਾ ਹੁੰਦਾ ਸੀ। ਵਾਪਸ ਆਏ ਨੂੰ ਪੁੱਛਦੀ, ਛੱਡ ਆਏ ਡੋਲੇ ਨੂੰ। ਰੁਪਾਣਾ ਅਕਸਰ ਦਿੱਲੀ ਦੇ ਲੇਖਕਾਂ ਬਾਰੇ ਗੱਲਾਂ ਕਰਦਾ, ਬਜ਼ੁਰਗਾਂ ਵਾਂਗ ਜਿਨ੍ਹਾਂ ਕੋਲ ਭਵਿੱਖ ਨਹੀਂ, ਬਸ ਭੂਤਕਾਲ ਹੀ ਹੁੰਦਾ ਹੈ। ਰੁਪਾਣੇ ਦੀ ਸੰਗਤ ਮਾਣ ਕੇ ਤੁਸੀਂ ਤਰੋ ਤਾਜ਼ਾ ਮਹਿਸੂਸ ਕਰੋਗੇ ਤੇ ਮਨ ਹਲਕਾ ਫੁਲਕਾ ਹੋ ਜਾਂਦਾ ਹੈ, ਜਿਵੇਂ ਕਿ ਕਾਮੇਡੀ ਫਿਲਮ ਵੇਖ ਕੇ ਨਿਕਲੇ ਹੋਵੋ। ਰੁਪਾਣਾ ਮੂਡ 'ਚ ਹੋਵੇ ਜਾਂ 2 ਘੁੱਟ ਅੰਦਰ ਗਈ ਹੋਵੇ ਤਾਂ ਟੋਟਕੇ ਲਤੀਫੇ ਉਹਦੇ ਮੂੰਹ ਇਸ ਤਰ੍ਹਾਂ ਡਿੱਗਦੇ ਆ ਜਿਵੇਂ ਪੱਕੇ ਬੇਰਾਂ ਵਾਲੀ ਟਹਿਣੀ ਹਿਲਾਉਣ 'ਤੇ ਪੱਕੇ ਬੇਰ ਡਿੱਗਦੇ ਆ। ਤਾਰਾ ਸਿੰਘ ਬਾਰੇ ਉਹ ਕਹਿੰਦਾ ਕਿ ਗਰੀਬ ਬੰਦਾ ਅਮੀਰਾਂ ਵਾਲੀਆਂ ਬਿਮਾਰੀਆਂ ਸਹੇੜੀ ਬੈਠਾ ਸੀ। ਬਲੱਡ ਪ੍ਰੈਸ਼ਰ ਤੇ ਸ਼ੂਗਰ ਨੂੰ ਉਹ ਅਮੀਰਾਂ ਦੀਆਂ ਬਿਮਾਰੀਆਂ ਮੰਨਦਾ ਹੈ। ਤਾਰਾ ਸਿੰਘ ਨੂੰ ਛੇੜਦਾ ਹੁੰਦਾ ਸੀ। ਤਾਰਾ ਸਿੰਘ ਸੀ ਯਾਰ ਫਰੰਗੀਆਂ ਦਾ, ਅੱਜ ਕੱਲ੍ਹ ਹੈ ਭੁੱਖੀਆਂ ਨੰਗੀਆਂ ਦਾ। ਇੱਕ ਵਾਰ ਤਾਰਾ ਸਿੰਘ ਨੇ ਆ ਕੇ ਉਹਨੂੰ ਹੁਕਮ ਦਿੱਤਾ ਕਿ ਫਟਾਫਟ ਤਿਆਰ ਹੋ ਜਾ, ਵਧੀਆ ਕੱਪੜੇ ਪਾ ਲੈ ਤੇ ਟਾਈ ਵੀ ਲਾ ਲੈ, ਆਪਾਂ ਮਹਿੰਦਰ ਸਿੰਘ ਮਠਾੜੂ ਨੂੰ ਮਿਲਣ ਜਾਣਾ। ਮਹਿੰਦਰ ਸਿੰਘ ਮਠਾੜੂ ਦਿੱਲੀ ਦਾ ਇੱਕ ਅਮੀਰ ਕਾਰਖਾਨੇਦਾਰ ਸੀ ਤੇ ਉਹ ਪੰਜਾਬੀ ਲੇਖਕਾਂ ਕਲਾਕਾਰਾਂ ਦੀ ਮਦਦ ਕਰਕੇ ਸਮਝਦਾ ਸੀ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਮਠਾੜੂ ਦੇ ਦਫ਼ਤਰ ਜਾ ਕੇ ਉਹਨੇ ਮਹਿੰਦਰ ਸਿੰਘ ਨੂੰ ਰੁਪਾਣੇ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ, ਮਿਲੋ ਇਹਨਾਂ ਨੂੰ, ਇਹ ਨੇ ਡਾਕਟਰ ਗੁਰਦੇਵ ਸਿੰਘ ਰੁਪਾਣਾ, ਪੰਜਾਬੀ ਦੇ ਬਹੁਤ ਵੱਡੇ ਲੇਖਕ ਤੇ ਰੁਪਾਣੇ ਪਿੰਡ ਦੇ ਲੈਂਡਲੌਰਡ। ਮਠਾੜੂ ਨੇ ਤਾਰਾ ਸਿੰਘ ਨੂੰ ਪੁੱਛਿਆ ਕਿ ਕਿਵੇਂ ਆਉਣੇ ਹੋਏ। ਤਾਰਾ ਸਿੰਘ ਨੇ ਦੱਸਿਆ ਕਿ ਬੇਟੀ ਦਾ ਵਿਆਹ ਧਰਿਆ ਹੋਇਆ। ਉਸੇ ਵਕਤ ਮਠਾੜੂ ਨੇ ਆਪਣੀ ਮੇਜ਼ ਦੀ ਦਰਾਜ਼ 'ਚੋਂ 5000 ਦੀ ਗੁੱਟੀ ਕੱਢ ਕੇ ਉਹਦੇ ਹੱਥ ਫੜਾਏ। ਵਾਪਸੀ ਤੇ ਰੁਪਾਣੇ ਨੇ ਤਾਰਾ ਸਿੰਘ ਨੂੰ ਪੁੱਛਿਆ, ਤੂੰ ਯਾਰ ਮੈਨੂੰ ਨਾਲ ਕਿਉਂ ਲਿਆਇਆ ਸੀ? ਤੇ ਮਠਾੜੂ ਦਾ ਉੱਤਰ ਸੀ, ਜੇ ਮੈਂ ਇਕੱਲਾ ਹੁੰਦਾ ਫਿਰ ਇਹਨੇ ਇੰਨੇ ਪੈਸੇ ਥੋੜ੍ਹਾ ਦੇਣੇ ਸੀ। ਤੇਰੀ ਵਡਿਆਈ ਤਾਂ ਮੈਂ ਤਾਂ ਹੀ ਕੀਤੀ ਸੀ ਵੀ ਤੇਰੇ ਸਾਹਮਣੇ 1500 ਨਹੀਂ ਦੇ ਸਕਦਾ। ਨਾਗਮਣੀ ਸ਼ਾਮ 'ਚ ਸ਼ਾਮਲ ਹੋਣ ਵਾਲੇ ਸਾਰੇ ਲੇਖਕ ਹੀ ਅੰਮ੍ਰਿਤਾ ਨੂੰ ਦੀਦੀ ਕਹਿੰਦੇ ਸੀ, ਪਰ ਇਕੱਲਾ ਰੁਪਾਣਾ ਹੀ ਉਹਨੂੰ ਅੰਮ੍ਰਿਤਾ ਜੀ ਕਹਿੰਦਾ ਸੀ। ਇੱਕ ਦਿਨ ਦਵਿੰਦਰ ਸਿੰਘ ਰੁਪਾਣੇ ਨੂੰ ਕਹਿਣ ਲੱਗਾ, ਸਾਰੇ ਅੰਮ੍ਰਿਤਾ ਜੀ ਨੂੰ ਦੀਦੀ ਕਹਿੰਦੇ ਆ, ਪਰ ਤੂੰ ਨਾਂ ਲੈਣਾ, ਕੀ ਗੱਲ? ਰੁਪਾਣਾ ਹੱਸਦਾ ਕਹਿਣ ਲੱਗਾ ਕਿ ਦਵਿੰਦਰ ਰਿਸ਼ਤੇ ਦਾ ਕੀ ਪਤਾ ਹੁੰਦਾ, ਕਦੋਂ ਬਦਲ ਜਾਏ। ਅਗਲੀ ਵਾਰ ਜਦੋਂ ਰੁਪਾਣਾ ਨਾਗਮਣੀ ਸ਼ਾਮ 'ਚ ਹਿੱਸਾ ਲੈਣ ਗਿਆ, ਬੂਹੇ ਵੜਦੇ ਨੂੰ ਵੇਖ ਕੇ ਪੈਂਦੀ ਸੱਟੇ ਅੰਮ੍ਰਿਤਾ ਬੋਲ ਪਈ, ਰੁਪਾਣਾ ਉਸੇ ਰਿਸ਼ਤੇ ਨਾਲ ਆਇਆ ਕਿ? ਇੱਕ ਵਾਰ ਤਾਂ ਰੁਪਾਣਾ ਥਿੜਕ ਗਿਆ ਤੇ ਮੁੱਕਰਨਾ ਵੀ ਮੁਸ਼ਕਿਲ ਸੀ, ਪਰ ਫਿਰ ਉਹ ਛੇਤੀ ਸੰਭਲ ਗਿਆ ਤੇ ਮੱਥੇ ਤੇ ਹੱਥ ਮਾਰਦਾ ਬੋਲਿਆ, ਬਹਿ ਗਈ ਬੇੜੀ ਦਵਿੰਦਰ ਦੀ। ਤੇ ਸਾਰੀ ਗੱਲ ਹਾਸੇ 'ਚ ਹੀ ਆਈ ਗਈ ਹੋ ਗਈ। ਉਹਨੇ ਅੰਮ੍ਰਿਤਾ ਦੀ ਇੱਕ ਕਵਿਤਾ ਦੀ ਪੈਰੋਡੀ ਵੀ ਬਣਾਈ ਸੀ, ਤਾਰਾ ਤਾਰਾ ਅੱਖਰ ਜੋੜ ਕੇ ਚਿੱਠੀ ਚੰਦ ਨੂੰ ਘੱਲੀ ਹੋ, ਵੱਡੇ ਵੱਡੇ ਦੁੱਖ ਹੰਢਾਵੇ ਜਿੰਦ ਸਾਡੀ ਇਕੱਲੀ ਹੋ। ਰੁਪਾਣੇ ਨੇ ਆਖਰੀ ਲਾਈਨ 'ਚ ਕੱਲੀ ਦੀ ਥਾਂ ਗਿੱਠੀ ਕਰਤਾ। ਗੁੱਸਾ ਕਰਨ ਦੀ ਬਜਾਏ ਅੰਮ੍ਰਿਤਾ ਹੱਸ ਪਈ। ਟੀਚਰ ਕਰਨ ਲੱਗਿਆ ਤਾਂ ਕਿਸੇ ਨੂੰ ਵੀ ਨਹੀਂ ਬਖਸ਼ਦਾ। ਇੱਕ ਵਾਰ ਅਸੀਂ ਉਸ ਨਾਲ ਤਸਵੀਰਾਂ ਖਿਚਵਾ ਰਹੇ ਸੀ ਤਾਂ ਗੁਰਸੇਵਕ ਪ੍ਰੀਤ ਨੇ ਉਹਦੇ ਵੱਡੇ ਮੁੰਡੇ ਮਿੱਠੂ ਨੂੰ ਆਵਾਜ਼ ਮਾਰ ਕੇ ਕਿਹਾ ਵੀ ਉਹ ਵੀ ਆ ਕੇ ਨਾਲ ਖੜ ਜਾਏ। ਤੁਸੀਂ ਬੁੱਧੀਜੀਵੀ ਠੀਕ ਹੋ, ਮੈਂ ਕੀ ਕਰਨਾ? ਵਿਹੜੇ 'ਚ ਤੁਰੇ ਫਿਰਦੇ ਮਿੱਠੂ ਨੇ ਇਨਕਾਰ ਕਰ ਦਿੱਤਾ। ਆ ਜਾ ਤੂੰ ਵੀ, ਇਹਦੇ 'ਚ ਸ਼ਕਲ ਹੀ ਆਉਣੀ ਹੈ, ਬੁੱਧੀ ਨਹੀਂ ਆਉਂਦੀ। ਪਿਤਾ ਪੁੱਤ ਨੂੰ ਵੀ ਮਖੌਲ ਕਰ ਗਿਆ ਸੀ। ਰੁਪਾਣੇ ਦੀਆਂ ਗੱਲਾਂ ਬਹੁਤ ਦਿਲਚਸਪ ਹੁੰਦੀਆਂ। ਉਹ ਬੜਾ ਜ਼ਿੰਦਾ ਦਿਲ, ਟਿੱਚਰਬਾਜ਼, ਹਾਜ਼ਰ ਜਵਾਬ ਇਨਸਾਨ ਹੈ। ਉਹਦੀ ਹਾਜ਼ਰ ਜਵਾਬੀ ਦਾ ਲੋਹਾ ਸਾਰੇ ਹੀ ਮੰਨਦੇ ਆ। ਜਦੋਂ ਗੁਰਬਚਨ ਸਿੰਘ ਭੁੱਲਰ ਨਾਲ ਰਲ ਜਾਂਦਾ ਸੀ ਤਾਂ ਉਹ ਗੱਲ ਬਣ ਜਾਂਦੀ ਸੀ ਕਿ ਇੱਕ ਕਰੇਲਾ ਦੂਜਾ ਨਿੰਮ ਚੜਿਆ। ਜਿਵੇਂ ਕੋਈ ਮਰਾਸੀ ਨੂੰ ਮਖੌਲ ਕਰਦੇ ਤਾਂ ਮਰਾਸੀ ਉਹਨੂੰ 21 ਦੀ 31 ਪਾ ਦਿੰਦਾ, ਉਵੇਂ ਰੁਪਾਣਾ ਵੀ ਜੱਟ ਮਰਾਸੀ ਹੈ। ਉਹਨੂੰ ਕੀਤੀ ਟਿੱਚਰ ਬੂਮ ਰਿੰਗ ਵਾਂਗ ਕਰਨ ਵਾਲੇ ਦੀ ਆ ਵੱਜਦੀ ਹੈ।
ਇੱਕ ਵੇਲੇ ਇੱਕ ਲੇਖਕਾ ਨੇ ਸਾੜੀ ਬੰਨੀ ਹੋਈ ਸੀ। ਉਹ ਅਕਸਰ ਸਲਵਾਰ ਕਮੀਜ਼ ਹੀ ਪਹਿਨਦੀ ਸੀ। ਰੁਪਾਣਾ ਉਹਦੀ ਤਾਰੀਫ ਕਰ ਬੈਠਾ ਕਿ ਤੇਰੀ ਸਾੜੀ ਬਹੁਤ ਜੱਚਦੀ ਹੈ। ਲੇਖਕਾ ਕਹਿਣ ਲੱਗੀ, ਫਿਰ ਮੈਨੂੰ ਸਾੜੀ ਲੈ ਦਿਓ। ਰੁਪਾਣੇ ਨੇ ਹਾਜ਼ਰ ਜਵਾਬੀ ਦਿਖਾਈ, ਸਾੜੀ ਤਾਂ ਲੈ ਦਿੰਦਾ, ਪਰ ਤੈਨੂੰ ਸਲਵਾਰ ਕਮੀਜ਼ ਲਾਉਣੀ ਪਊ। ਇੱਕ ਵਾਰ ਗੁਲਜ਼ਾਰ ਸਿੰਘ ਸੰਧੂ ਨੇ ਉਹਨੂੰ ਮਸ਼ਕਰੀ ਕੀਤੀ, ਯਾਰ ਤੂੰ ਤਾਂ ਜਮਾਂ ਹੀ ਡੰਗਰ ਡਾਕਟਰ ਲੱਗਦਾ। ਰੁਪਾਣਾ ਤੁਰੰਤ ਬੋਲਿਆ, ਹਾਂ ਦੱਸੋ ਕਿਹੜੀ ਝੋਟੀ ਦਿਖਾਉਣੀ ਹੈ। ਇੱਕ ਵਾਰ ਪਾਪਾ ਪ੍ਰੀਤਮ ਸਿੰਘ ਨੇ ਕਹਾਣੀ ਦਰਬਾਰ ਕਰਵਾਇਆ ਤਾਂ ਰੁਪਾਣੀ ਦੀ ਕਹਾਣੀ ਅਖੀਰ 'ਤੇ ਰੱਖ ਲਈ। ਰੁਪਾਣੇ ਕੋਲ ਆ ਕੇ ਪਾਪਾ ਕਹਿਣ ਲੱਗਿਆ ਵੀ ਤੇਰੀ ਕਹਾਣੀ ਅਖੀਰ 'ਤੇ ਰੱਖੀ ਹੈ, ਕਿਵੇਂ ਲੱਗਿਆ। ਰੁਪਾਣਾ ਤਪਾਕ ਦੇਣੇ ਬੋਲਿਆ, ਸਵੀਡਿਸ਼ ਅਖੀਰ 'ਤੇ ਹੀ ਹੁੰਦੀ ਹੈ। ਦਿੱਲੀ 'ਚ ਇੱਕ ਦੋਸਤ ਦੇ ਘਰ ਰਾਤ ਦੀ ਪਾਰਟੀ 'ਚ ਗਿਆ ਤਾਂ ਇਕੱਲੇ ਨੂੰ ਆਏ ਵੇਖ ਕੇ ਦੋਸਤ ਨੇ ਪੁੱਛਿਆ, ਭਰਜਾਈ ਨਹੀਂ ਆਈ। ਰੁਪਾਣੇ ਦਾ ਉੱਤਰ ਸੀ, ਜੇ ਘਰ ਵਾਲੀ ਨਾਲ ਲਿਆਉਣੀ ਸੀ ਤਾਂ ਫਿਰ ਘਰੇ ਹੀ ਨਹੀਂ ਸੀ ਠੀਕ। ਦਿੱਲੀ ਵਿਖੇ ਕਰਵਾਏ ਜਾ ਰਹੇ ਕਿਸੇ ਕਵੀ ਦਰਬਾਰ ਦੇ ਸਟੇਜ ਸਕੱਤਰ ਨੇ ਜਾਣਬੁੱਝ ਕੇ ਅਨਾਉਂਸ ਕਰ ਦਿੱਤਾ ਕਿ ਹੁਣ ਰੁਪਾਣਾ ਜੀ ਆਪਣੀ ਕਵਿਤਾ ਪੜ੍ਹਨਗੇ। ਗੁਰਦੇਵ ਸਿੰਘ ਰੁਪਾਣਾ ਮਾਈਕ ਮੂਹਰੇ ਜਾ ਖੜਿਆ ਤੇ ਹੱਥ ਧੋਣ ਵਾਂਗ ਦੋਵੇਂ ਹੱਥ ਇੱਕ ਦੂਜੇ ਨਾਲ ਮਲਦਿਆਂ ਸਟੇਜ ਸਕੱਤਰ ਵੱਲ ਝਾਕ ਕੇ ਬੋਲਿਆ, ਕਵਿਤਾ ਜੀ ਤਾਂ ਜੀ ਮੈਂ ਕਦੇ ਘੜੀ ਹੀ ਨਹੀਂ। ਸਟੇਜ ਸਕੱਤਰ ਜੋ ਜਾਤ ਦਾ ਤਰਖਾਣ ਸੀ, ਇਸ ਡੰਗ ਨਾਲ ਤਿਲ ਮਿਲਾ ਕੇ ਰਹਿ ਗਿਆ। ਦਵਿੰਦਰ ਸਤਿਆਰਥੀ ਬਾਰੇ ਰੁਪਾਣਾ ਦੱਸਦਾ ਹੈ ਕਿ ਇੱਕ ਵਾਰ ਸਤਿਆਰਥੀ ਕਹਿੰਦਾ, ਆਓ ਰੁਪਾਣਾ ਜੀ ਤੁਹਾਨੂੰ ਆਪਣੀਆਂ ਰਚਨਾਵਾਂ ਸੁਣਾਵਾਂ। ਉਹ ਪਾਰਕ 'ਚ ਜਾ ਬੈਠੇ ਤੇ ਸਤਿਆਰਥੀ ਨੇ ਆਪਣੇ ਬੂਟ ਲਾ, ਸਤਿਆਰਥੀ ਸਾਹਿਬ ਆਪਣੀਆਂ ਜੁਰਾਬਾਂ ਵੀ ਲਾ ਦਿਓ। ਨੰਗੇ ਪੈਰਾਂ ਵੱਲ ਵੇਖ ਕੇ ਰੁਪਾਣੇ ਨੇ ਵਿਅੰਗ ਨਾਲ ਕਿਹਾ ਤਾਂ ਸਤਿਆਰਥੀ ਨੂੰ ਕਹਿਣਾ ਪਿਆ, ਇਹ ਤੇ ਮੈਲ ਹੈ ਰੁਪਾਣਾ ਜੀ। ਸਤਿਆਰਥੀ ਕਹਿੰਦਾ ਹੁੰਦਾ ਸੀ ਕਿ ਮੇਰੀ ਕਹਾਣੀ ਦਾ ਅੱਗਾ ਤੇ ਪਿੱਛਾ ਠੀਕ ਕਰ ਦਿਓ, ਵਿੱਚ ਵਿਚਾਲੇ ਆਲੂ ਤਾਂ ਮੈਂ ਆਪੇ ਹੀ ਭਰ ਲਾਂਗਾ। ਰੁਪਾਣਾ ਤਾਂ ਕਮੇਡੀਅਨਾਂ ਨਾਲ ਵੀ ਕਾਮੇਡੀ ਕਰ ਜਾਂਦਾ ਹੈ। ਪ੍ਰਸਿੱਧ ਕਮੇਡੀਅਨ ਮਹਿਮੂਦ ਅਲੀ ਜਦੋਂ ਆਪ ਫਿਲਮਾਂ ਬਣਾਉਣ ਲੱਗ ਪਿਆ ਸੀ ਤਾਂ ਉਹਦੀ ਇੱਕ ਫਿਲਮ ਲੱਕੀ ਬੁਆਏ, ਜਿਹਦਾ ਬਾਅਦ 'ਚ ਨਾਂ ਦੁਸ਼ਮਣ ਦੁਨੀਆ ਕਾ ਕਰ ਦਿੱਤਾ ਸੀ, ਦੇ ਕੁਝ ਡਾਇਲਾਗ ਰੁਪਾਣੇ ਨੇ ਲਿਖੇ ਸੀ। ਉਦੋਂ ਪੂਰੇ 23 ਦਿਨ ਮਹਿਮੂਦ ਦੇ ਕੋਲ ਠਹਿਰਿਆ ਸੀ। ਮਹਿਮੂਦ ਅਨਪੜ੍ਹ ਕਿਸਮ ਦਾ ਬੰਦਾ ਸੀ, ਜਿਹਨੂੰ ਲਿਖਣਾ ਪੜ੍ਹਨਾ ਨਹੀਂ ਸੀ ਆਉਂਦਾ, ਤੇ ਇੱਕ ਦਿਨ ਕਿਸੇ ਗੱਲ 'ਤੇ ਉਹ ਰੁਪਾਣੇ ਨੂੰ ਕਹਿਣ ਲੱਗਿਆ। ਸੋਚਦੇ ਹਾਂ ਤਾਂ ਰੁਪਾਣਾ ਬੋਲਿਆ, ਹਾਂ ਟਰਾਈ ਕਰਕੇ ਦੇਖ ਲਓ। ਜਦੋਂ ਰੁਪਾਣਾ ਪਹਿਲੀ ਵਾਰ ਮਹਿਮੂਦ ਨੂੰ ਮਿਲਿਆ ਸੀ ਤਾਂ ਉਦੋਂ ਵੀ ਉਹਨੂੰ ਮਸ਼ਕਰੀ ਕਰ ਗਿਆ ਸੀ। ਮਹਿਮੂਦ ਨੂੰ ਵੇਖ ਕੇ ਉਹ ਹੱਸ ਪਿਆ ਤਾਂ ਮਹਿਮੂਦ ਨੇ ਪੁੱਛਿਆ, ਵੀ ਹੱਸ ਕਿਉਂ ਰਹੇ ਹੋ। ਰੁਪਾਣਾ ਦੱਸਣ ਲੱਗਿਆ ਕਿ ਰਜਿੰਦਰ ਸਿੰਘ ਬੇਦੀ ਦਾ ਮੂੰਹ ਲੰਬੂਤਰਾ ਸੀ, ਘੋੜੇ ਵਰਗਾ, ਤੇ ਕਿਸੇ ਦਾ ਮੂੰਹ ਚੌੜਾ ਤੇ ਭਾਰਾ ਹੁੰਦਾ, ਸ਼ੇਰ ਵਰਗਾ। ਅਰੇ ਭਾਈ ਮੇਰਾ ਮੂੰਹ ਕੈਸਾ ਹੈ। ਤਾਂ ਰੁਪਾਣਾ ਗੰਭੀਰ ਹੋ ਕੇ ਬੋਲਿਆ, ਆਪਕਾ ਮੂੰਹ तो महबूद जैसा है। अरे भाई मैं महमूद ही हूँ। ਉਹਨੇ ਰੁਪਾਣੇ ਦੀ ਸ਼ਰਾਰਤ ਦਾ ਨਹੀਂ ਪਤਾ ਲੱਗਿਆ ਸੀ। ਰੁਪਾਣੇ ਨੂੰ ਗੱਲ ਨੂੰ ਹਾਸੇ ਦੀ ਚਾਸ਼ਨੀ ਦੇਣੀ ਆਉਂਦੀ ਹੈ। ਇਹ ਕਲਾ ਕਿਸੇ ਕਿਸੇ 'ਚ ਹੀ ਹੁੰਦੀ ਹੈ। ਉਹ ਦੱਸਦਾ ਕਿ ਸਾਡੇ ਪਿੰਡ ਦੇ ਇੱਕ ਬੰਦੇ ਨੂੰ ਰੇਡੀਓ ਤੋਂ ਖਬਰਾਂ ਸੁਣਨ ਤੇ ਫਿਰ ਖਬਰਾਂ ਦੂਸਰਿਆਂ ਨੂੰ ਆਪਣੇ ਹੀ ਢੰਗ ਨਾਲ ਦੱਸਣ ਦਾ ਬੜਾ ਸ਼ੌਕ ਸੀ। ਅਕਾਲੀਆਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸੰਘਰਸ਼ ਛੇੜਿਆ ਹੋਇਆ ਸੀ। ਉੱਧਰ ਪ੍ਰਤਾਪ ਸਿੰਘ ਕੈਰੋਂ ਇੱਕ ਧੱਕੜ ਮੁੱਖ ਮੰਤਰੀ ਵਜੋਂ ਜਾਣਿਆ ਜਾਂਦਾ ਸੀ, ਜੋ ਕਛਹਿਰੇ ਵਾਲਿਆਂ ਅਕਾਲੀਆਂ ਨੂੰ ਦਬਾ ਕੇ ਰੱਖਣਾ ਚਾਹੁੰਦਾ ਸੀ। ਇੱਕ ਅਕਾਲੀ ਹਰਚਰਨ ਸਿੰਘ ਹੁਡਿਆਰਾ ਨੇ ਐਲਾਨ ਕਰਤਾ ਕਿ ਜਿੰਨਾ ਚਿਰ ਸਾਨੂੰ ਪੰਜਾਬੀ ਸੂਬਾ ਨਹੀਂ ਮਿਲਦਾ ਮੈਂ ਕਮੀਜ਼ ਨਹੀਂ ਪਾਵਾਂਗਾ। ਪ੍ਰਤਾਪ ਸਿੰਘ ਕੈਰੋਂ ਨੇ ਉਹਨੂੰ ਦਬਕਾਇਆ ਜਾਂ ਕੋਈ ਲਾਲਚ ਦਿੱਤਾ, ਉਹ ਆਪਣੀ ਮੰਗ ਛੱਡ ਕੇ ਕਾਂਗਰਸ ਪਾਰਟੀ ਵਿੱਚ ਹੀ ਰਲ ਗਿਆ। ਤੇ ਜਦੋਂ ਹੁਡਿਆਰੇ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਖਬਰ ਰੇਡੀਓ 'ਤੇ ਪ੍ਰਸਾਰਿਤ ਹੋਈ ਤਾਂ ਪਿੰਡ ਦੇ ਉਸ ਬੰਦੇ ਨੇ ਸੱਥ 'ਚ ਬੈਠੇ ਲੋਕਾਂ ਨੂੰ ਇਹ ਖਬਰ ਇਸ ਤਰ੍ਹਾਂ ਸੁਣਾਈ, ਬਈ ਹੁਡਿਆਰੇ ਨੇ ਝੱਗਾ ਪਾ ਲਿਆ ਤੇ ਕਛਹਿਰਾ ਲਾਤਾ। ਜਦੋਂ ਰੁਪਾਣੇ ਦਾ ਪਾਪਾ ਪ੍ਰੀਤਮ ਸਿੰਘ ਨਾਲ ਕੇਸ ਚੱਲਦਾ ਸੀ ਤਾਂ ਰਾਜੀਨਾਮਾ ਕਰਾਉਣ ਦੇ ਮਕਸਦ ਨਾਲ ਜੱਜ ਨੇ ਕਿਹਾ ਵੀ ਤੁਸੀਂ ਦੋਵੇਂ ਸਕਾਲਰ ਬੰਦੇ ਹੋ, ਇਸ ਤਰ੍ਹਾਂ ਅਦਾਲਤਾਂ 'ਚ ਧੱਕੇ ਖਾਂਦੇ ਚੰਗੇ ਨਹੀਂ ਲੱਗਦੇ। ਇਸ 'ਤੇ ਰੁਪਾਣਾ ਬੋਲ ਉੱਠਿਆ, ਮੈਂ ਦਿੱਲੀ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ, ਪਰ ਇਹ ਤਾਂ ਜੀ ਸਕੂਲਰ ਵੀ ਨਹੀਂ। ਪਾਪਾ ਜੀ ਨੇ ਰਵਾਇਤੀ ਸਕੂਲੀ ਵਿੱਦਿਆ ਨਹੀਂ ਪ੍ਰਾਪਤ ਕੀਤੀ ਸੀ। ਢੁੱਡੀ ਕਿਆਂ ਦਾ ਇਸ ਪੰਛੀ ਜਦੋਂ ਵੀ ਰੁਪਾਣੇ ਨੂੰ ਮਿਲਦਾ ਤਾਂ ਕਹਿੰਦਾ ਕਿ ਆਪਾਂ ਜੱਟ ਭਰਾ। ਉਹ ਆਪਣੇ ਆਪ ਨੂੰ ਜਸਵੰਤ ਸਿੰਘ ਕੰਵਲ ਦਾ ਭਤੀਜਾ ਦੱਸਦਾ ਸੀ। ਇੱਕ ਵਾਰ ਰੁਪਾਣਾ ਜਦੋਂ ਕੰਵਲ ਨੂੰ ਮਿਲਿਆ ਤਾਂ ਉਹਨੇ ਪੁੱਛ ਲਿਆ ਵੀ ਉਹ ਤੇਰਾ ਭਤੀਜਾ ਹੈ, ਤਾਂ ਕੰਵਲ ਨੇ ਦੱਸਿਆ ਕਿ ਉਹ ਲੱਗਦਾ ਤਾਂ ਮੇਰਾ ਭਤੀਜਾ ਹੀ ਹੈ, ਪਿੰਡ 'ਚੋਂ ਹੈ ਤੇ ਉਹ ਛਿੰਬਿਆਂ ਦਾ ਮੁੰਡਾ ਹੈ। ਫਿਰ ਰੁਪਾਣਾ ਕੰਵਲ ਦੇ ਖਹਿੜੇ ਪੈ ਗਿਆ ਵੀ ਤੂੰ ਵੀ ਛਿੰਬਾ ਹੀ ਹੋਏਗਾ, ਨਹੀਂ ਤਾਂ ਤੂੰ ਆਪਣੇ ਨਾਂ ਦੇ ਮਗਰ ਆਪਣਾ ਗੋਤ ਲਿਖੇ ਜਾਂ ਪਿੰਡ ਦਾ ਨਾਂ ਲਿਖੇ। ਤੇ ਫਿਰ ਇੱਕ ਮਹਿਫਿਲ 'ਚ ਜਦੋਂ ਬਹੁਤ ਸਾਰੇ ਲੇਖਕ ਜੁੜੇ ਹੋਏ ਸਨ, ਉਹਨਾਂ ਵਿੱਚ ਢੁੱਡੀ ਕਿਆਂ ਦਾ ਉਹ ਪੰਛੀ ਵੀ ਸੀ, ਤਾਂ ਰੁਪਾਣੇ ਨੇ ਉੱਤੇ ਨਜ਼ਰਾਂ ਗੱਡ ਕੇ ਇੱਕ ਟੋਟਕਾ ਸੁਣਾਇਆ। ਇੱਕ ਨਵਾਂ ਕਹਾਣੀਕਾਰ ਆਲੋਚਕ ਨੂੰ ਆਪਣੀ ਕਹਾਣੀ ਸੁਣਾ ਰਿਹਾ ਸੀ। ਪੋਹ ਮਾਘ ਦੀ ਰਾਤ ਸੀ, ਠੰਡੀ ਹਵਾ ਸੂਈਆਂ ਵਾਂਗ ਵੱਜ ਰਹੀ ਸੀ, ਮੇਰਾ ਦਿਲ ਦੰਦਰਾਲ ਵਾਂਗ ਧੜਕ ਰਿਹਾ ਸੀ। ਸਾਰਾ ਮਸਲਾ ਰੀਲ ਦੇ ਧਾਗੇ ਵਾਂਗ ਮੇਰੇ ਦਿਮਾਗ 'ਚ ਉਲਝ ਗਿਆ ਸੀ ਤੇ ਫਿਰਕੀ ਵਾਂਗ ਇੱਕੋ ਗੱਲ 'ਤੇ ਅਟਕਿਆ ਘੁੰਮ ਰਿਹਾ ਸੀ।
ਇੰਨਾ ਪੜ੍ਹ ਕੇ ਉਹਨੇ ਪੁੱਛਿਆ ਕਿਵੇਂ ਲੱਗਿਆ ਤਾਂ ਆਲੋਚਕ ਬੋਲਿਆ, ਮੈਨੂੰ ਤਾਂ ਤੂੰ ਛਿੰਬਿਆਂ ਦਾ ਮੁੰਡਾ ਲੱਗਦਾ। ਸਿਵਾਏ ਉਸ ਪੰਛੀ ਦੇ ਸਾਰੇ ਲੇਖਕ ਠਹਾਕੇ ਲਗਾ ਕੇ ਹੱਸਣ ਲੱਗੇ। ਉਸ ਘਟਨਾ ਤੋਂ ਬਾਅਦ ਪੰਛੀ ਨੇ ਰੁਪਾਣੇ ਨੂੰ ਆਪਣਾ ਜੱਟ ਭਰਾ ਨਹੀਂ ਕਿਹਾ। ਦਿੱਲੀ ਦਾ ਇੱਕ ਕਵੀ ਕਰਤਾਰ ਸਿੰਘ ਕੰਵਲ ਜਦੋਂ ਵੀ ਰੁਪਾਣੇ ਨੂੰ ਮਿਲਦਾ ਤੇ ਰੁਪਾਣਾ ਪੁੱਛਦਾ, ਕੰਬਲ ਸਾਹਿਬ ਕੀ ਹਾਲ ਨੇ। ਇੱਕ ਦਿਨ ਉਸ ਕਵੀ ਨੇ ਗੁਰਬਚਨ ਭੁੱਲਰ ਕੋਲ ਸ਼ਿਕਾਇਤ ਲਾਈ ਵੀ ਇਹ ਮੈਨੂੰ ਹਮੇਸ਼ਾ ਹੀ ਕੰਵਲ ਦੀ ਬਜਾਏ ਕੰਬਲ ਹੀ ਕਹਿੰਦਾ। ਰੁਪਾਣੇ ਨੇ ਭੋਲਾ ਜਿਹਾ ਬਣਦੇ ਕਿਹਾ ਕਿ ਜੀ ਅਸੀਂ ਤਾਂ ਮਾਲਵੇ ਵਾਲੇ ਵ ਨੂੰ ਬਾਈ ਬੋਲਦੇ ਹਾਂ। ਡਾਕਟਰ ਮਹਿੰਦਰ ਸਿੰਘ ਰੰਧਾਵਾ ਰੁਪਾਣੇ ਨੂੰ ਓਨਾ ਹੀ ਜਾਣਦਾ ਸੀ ਜਿੰਨਾ ਕਿ ਗੁਲਜ਼ਾਰ ਸਿੰਘ ਸੰਧੂ ਨੂੰ, ਬਲਕਿ ਰੁਪਾਣੇ ਨਾਲ ਤਾਂ ਉਹਦੀ ਇੱਕ ਸਾਂਝ ਵੀ ਸੀ। ਉਹ ਦੋਵੇਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਕਤਸਰ 'ਚ ਪੜ੍ਹੇ ਸੀ। ਰੰਧਾਵਾ ਜਦੋਂ ਵੀ ਰੁਪਾਣੇ ਨੂੰ ਮਿਲਦਾ ਤੇ ਉਹਨੂੰ ਆਪਣਾ ਸਕੂਲ ਤੇ ਅਧਿਆਪਕ ਯਾਦ ਆ ਜਾਂਦੇ ਤੇ ਉਹ ਪੁੱਛਦਾ, ਕਿਵੇਂ ਆ ਪਿੰਡਾਂ ਵਾਲਿਆ, ਪੰਡਤ ਜੀ ਹੈਗੇ ਆ ਅਜੇ। ਰੁਪਾਣਾ ਜੇ ਚਾਪਲੂਸ ਜਾਂ ਜੁਗਾੜੀਆ ਹੁੰਦਾ ਤਾਂ ਉਹ ਰੰਧਾਵੇ ਤੋਂ ਕੋਈ ਵੀ ਕੰਮ ਲੈ ਸਕਦਾ ਸੀ, ਪਰ ਰੁਪਾਣਾ ਤਾਂ ਆਪਣਾ ਸਿਰ ਆਪ ਹੀ ਗੁੰਦਣ ਵਾਲਾ ਬੰਦਾ ਹੈ। ਚੰਗਾ ਭਲਾ ਪੰਜਾਬ ਦੇ ਸਕੂਲਾਂ 'ਚ ਪੰਜਾਬੀ ਅਧਿਆਪਕ ਦੀ ਨੌਕਰੀ ਕਰਦਾ ਕਰਦਾ ਦਿੱਲੀ ਦੇ ਸਕੂਲਾਂ 'ਚ ਪੰਜਾਬੀ ਪੜ੍ਹਾਉਣ ਲੱਗ ਪਿਆ। ਉਹਦੀ ਪਹਿਲੀ ਨਿਯੁਕਤੀ ਪੰਜਾਬ ਤੇ ਰਾਜਸਥਾਨ ਦੇ ਬਾਰਡਰ ਦੇ ਵਸੇ ਪਿੰਡ ਮੌਜਗੜ੍ਹ ਦੀ ਸੀ। ਫਿਰ ਉਹ ਆਪਣੇ ਪਿੰਡ ਦੇ ਲਾਗਲੇ ਪਿੰਡ ਭੰਗਚੜੀ ਵੀ ਪੜ੍ਹਾਉਂਦਾ ਰਿਹਾ। ਇਹ ਇੱਕ ਕਾਮਰੇਡਾਂ ਦੇ ਕਿਸੇ ਜਲਸੇ ਮੁਜ਼ਾਹਰੇ 'ਚ ਭਾਗ ਲੈਣ ਦਿੱਲੀ ਗਿਆ ਤਾਂ ਉਹਦਾ ਦਿਲ ਦਿੱਲੀ 'ਤੇ ਆ ਗਿਆ। ਦਿੱਲੀ ਦੇ ਸਕੂਲ ਕਾਰਪੋਰੇਸ਼ਨ ਦੇ ਅੰਡਰ ਸਨ ਤੇ ਇੰਸਪੈਕਟਰ ਰੈਂਕ ਦਾ ਅਧਿਕਾਰੀ ਇਹਨਾਂ ਦਾ ਕੰਮਕਾਜ ਵੇਖਦਾ ਸੀ ਤੇ ਉਹ ਇੱਕ ਇੰਸਪੈਕਟਰ ਦੇ ਸਾਹਮਣੇ ਜਾ ਪੇਸ਼ ਹੋਇਆ ਤੇ ਨੌਕਰੀ ਦੀ ਬੇਨਤੀ ਕੀਤੀ। ਅਫਸਰ ਨੇ ਟਾਲਣ ਦੇ ਲਹਿਜੇ ਨਾਲ ਕਿਹਾ ਕਿ ਅਰਜੀ ਲਿਖ ਕੇ ਦੇ ਜਾਓ। ਅਚਾਨਕ ਰੁਪਾਣੇ ਦੀ ਨਿਗਾਹ ਉਹਦੇ ਮੇਜ਼ 'ਤੇ ਪਏ ਪ੍ਰੀਤ ਲੜੀ ਦੇ ਤਾਜ਼ੇ ਅੰਕ 'ਤੇ ਪੈ ਗਈ ਜਿਸ 'ਚ ਉਹਦੀ ਕਹਾਣੀ ਬਾਲਮ ਛਪੀ ਹੋਈ ਸੀ। ਰੁਪਾਣੇ ਨੇ ਰਸਾਲੇ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਇਸ 'ਚ ਉਹਦੀ ਕਹਾਣੀ ਛਪੀ ਹੈ। ਦੀਨ ਦਿਆਲ ਨਾਂ ਦਾ ਉਹ ਇੰਸਪੈਕਟਰ ਪੰਜਾਬੀ ਸੀ ਤੇ ਉਸੇ ਵਕਤ ਘੰਟੀ ਮਾਰ ਕੇ ਉਹਨੇ ਆਪਣੇ ਸੁਬਡਨ ਨੂੰ ਬੁਲਾਇਆ, ਰੁਪਾਣੇ ਵੱਲੋਂ ਅਰਜ਼ੀ ਟਾਈਪ ਕਰਨ ਨੂੰ ਕਿਹਾ ਤੇ ਨਾਲ ਹੀ ਉਹਨੂੰ ਨਿਯੁਕਤੀ ਪੱਤਰ ਤਿਆਰ ਕਰਨ ਲਈ ਕਹਿ ਦਿੱਤਾ। ਇਸ ਤਰ੍ਹਾਂ ਨਵੰਬਰ 1965 ਵਿੱਚ ਰੁਪਾਣੇ ਦੀ ਨਿਯੁਕਤੀ ਇੰਦਰਪੁਰੀ ਦੇ ਸਕੂਲ ਦੀ ਹੋ ਗਈ ਸੀ। ਰੁਪਾਣਾ ਪੂਰਾ ਵਿਗੜਿਆ ਜੱਟ ਹੈ। ਦਾਰੂ ਪੀ ਕੇ ਤਾਂ ਜੱਟ ਹੋਰ ਵੀ ਲਾਚੜ ਜਾਂਦੇ ਹੈ। ਸੰਤ ਸਿੰਘ ਸੇਖੋਂ ਵੀ ਰੰਗੀਨ ਤਬੀਅਤ ਦਾ ਮਾਲਕ ਸੀ ਤੇ ਖਾਧੀ ਪੀਤੀ 'ਚ ਆਪਣੇ ਪ੍ਰੇਮ ਪ੍ਰਸੰਗ ਆਪਣੇ ਤੋਂ ਛੋਟੀ ਉਮਰ ਦੇ ਲੇਖਕਾਂ ਨਾਲ ਵੀ ਸਾਂਝੇ ਕਰ ਲੈਂਦਾ ਸੀ। ਜਦੋਂ ਗੁਲਜ਼ਾਰ ਸਿੰਘ ਸੰਧੂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਤਾਂ ਉਹਨੇ ਦਿੱਲੀ ਤੇ ਪੰਜਾਬ ਦੇ ਵੱਡੇ ਲੇਖਕਾਂ ਨੂੰ ਆਪਣੇ ਘਰ ਰਾਤ ਦੀ ਪਾਰਟੀ ਦਿੱਤੀ। ਜਦੋਂ ਸਾਰੇ ਲੇਖਕ ਵਾਹ-ਵਾਹ ਤਰਾਰੇ ਜਿਹੇ ਵਿੱਚ ਸੀ ਤਾਂ ਰੁਪਾਣੇ ਨੇ ਪ੍ਰਭਜੋਤ ਨੂੰ ਕਿਹਾ, ਤੁਹਾਡੇ ਬਾਰੇ ਸੇਖੋਂ ਸਾਹਿਬ ਨੇ 30 ਸਾਲ ਪਹਿਲਾਂ ਟ੍ਰਿਬਿਊਨ, ਉਸ ਸਮੇਂ ਟ੍ਰਿਬਿਊਨ ਦਾ ਅਰਥ ਅੰਗਰੇਜ਼ੀ ਟ੍ਰਿਬਿਊਨ ਹੀ ਹੁੰਦਾ ਸੀ, ਵਿੱਚ ਜੋ ਆਰਟੀਕਲ ਲਿਖਿਆ ਸੀ ਉਹ ਮੈਨੂੰ ਅੱਜ ਵੀ ਯਾਦ ਹੈ। ਅੱਛਾ, ਕੀ ਲਿਖਿਆ ਸੀ ਭਲਾ? ਮੇਰੀ ਕਵਿਤਾ ਬਾਰੇ ਪ੍ਰਭਜੋਤ ਨੇ ਹੈਰਾਨੀ 'ਚ ਪੁੱਛਿਆ। ਤੁਹਾਡੀ ਕਵਿਤਾ ਬਾਰੇ ਤਾਂ ਘੱਟ ਹੀ ਸੀ, ਪਰ ਤੁਹਾਡੇ ਬਾਰੇ ਬਹੁਤ ਲਿਖਿਆ ਸੀ ਤੇ ਬਹੁਤ ਤਾਰੀਫ ਕੀਤੀ ਸੀ। ਲਿਖਿਆ ਸੀ ਕਿ ਪ੍ਰਭਜੋਤ ਬਹੁਤ ਸੋਹਣੀ ਹੈ। ਰੁਪਾਣੇ ਨੇ ਸ਼ਰਾਰਤੀ ਹਾਸੀ ਹੱਸਦੇ ਕਿਹਾ। ਕੋਲ ਖੜੇ ਸੇਖੋਂ ਸਾਹਿਬ ਤੋਂ ਬੋਲੇ ਬਿਨਾਂ ਰਿਹਾ ਨਾ ਗਿਆ। ਬਈ ਜਦੋਂ ਆਰਟੀਕਲ ਲਿਖ ਰਿਹਾ ਸੀ ਤਾਂ ਆਲੋਚਕ ਤੇ ਆਸ਼ਕ ਭਾਰੀ ਪੈ ਗਿਆ ਸੀ। ਪ੍ਰਭਜੋਤ ਝੇਂਪ ਗਈ, ਪਰ ਪਤੀ ਦੀ ਹਾਜ਼ਰੀ 'ਚ ਮੌਕਾ ਸੰਭਾਲਦੀ ਹੋਈ ਸੇਖੋਂ ਦੀ ਟਿੱਪਣੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਬੋਲੀ, ਐਡਮਾਇਰਰ ਕਹਿਣਾ ਸੀ, ਆਸ਼ਕ ਕਹਿ ਬੈਠੇ, ਜੱਟ ਨੇ ਨਾ। ਰੁਪਾਣੇ ਦਾ ਬੌਧਿਕ ਪੱਧਰ ਬਹੁਤ ਉੱਚਾ ਹੈ। ਉਹਨਾਂ ਸਮਿਆਂ 'ਚ ਪਿੰਡਾਂ ਦੇ ਮੁੰਡਿਆਂ ਲਈ 10ਵੀਂ ਦਾ ਇਮਤਿਹਾਨ ਪਾਸ ਕਰਨਾ ਹਿਮਾਲਾ ਦੀ ਚੋਟੀ ਸਰ ਕਰਨ ਦੇ ਬਰਾਬਰ ਹੁੰਦਾ ਸੀ। ਉਹਨੇ 10ਵੀਂ ਪਹਿਲੇ ਦਰਜੇ 'ਚ ਪਾਸ ਕੀਤੀ ਸੀ। ਉਹਦਾ ਮਾਧਿਅਮ ਵੀ ਅੰਗਰੇਜ਼ੀ ਸੀ। ਉਹਨੇ PhD ਵੀ ਕੀਤੀ ਹੈ, ਪਰ ਆਪਣੇ ਨਾਂ ਨਾਲ ਕਦੇ ਡਾਕਟਰ ਨਹੀਂ ਲਿਖਿਆ। ਕਿਸੇ ਨੇ ਉਹਨੂੰ ਪੁੱਛ ਹੀ ਲਿਆ ਕਿ ਤੁਸੀਂ ਆਪਣੇ ਨਾਂ ਨਾਲ ਡਾਕਟਰ ਕਿਉਂ ਨਹੀਂ ਲਿਖਦੇ? ਉਹਨੇ ਹੱਸਦੇ ਕਿਹਾ, ਯਾਰ ਪਹਿਲਾਂ ਤਾਂ ਬਹੁਤ ਟਰ ਹੋਈ ਪਈ ਆ। ਉਹਨੇ ਪੰਜਾਬੀ ਅਧਿਆਪਕ ਵਜੋਂ ਸਰਕਾਰੀ ਨੌਕਰੀ ਸ਼ੁਰੂ ਕੀਤੀ ਤੇ once a teacher always a teacher ਦੀ ਕਹਾਵਤ ਸਿੱਧ ਕਰਦੇ ਹੋਏ ਪੰਜਾਬੀ ਅਧਿਆਪਕ ਵਜੋਂ ਹੀ ਸੇਵਾ ਮੁਕਤੀ ਹਾਸਲ ਕੀਤੀ। ਮੁਕਤਸਰ ਦੇ ਖਾਲਸਾ ਡਿਗਰੀ ਕਾਲਜ ਦੀ ਕਮੇਟੀ ਦੇ ਪ੍ਰਧਾਨ ਖੁੜਜਾਂ ਵਾਲੇ ਸਰਦਾਰ ਨੇ ਉਹਨੂੰ ਪੰਜਾਬੀ ਦਾ ਪ੍ਰੋਫੈਸਰ ਰੱਖ ਲਿਆ ਸੀ, ਪਰ ਦਿੱਲੀ ਛੱਡ ਕੇ ਇੱਥੇ ਟਿਕ ਨਾ ਸਕਿਆ ਤੇ ਫਿਰ ਦਿੱਲੀ ਨੂੰ ਉਡਾਰੀ ਮਾਰ ਗਿਆ। ਦਿੱਲੀ ਯੂਨੀਵਰਸਿਟੀ 'ਚ PhD ਕਰਦਿਆਂ ਉਹਨੇ ਆਪਣੇ ਗਾਈਡ ਅਤਰ ਸਿੰਘ ਦੀ ਸ਼ਿਕਾਇਤ ਕਰ ਦਿੱਤੀ ਸੀ। ਆਧੁਨਿਕ ਭਾਰਤੀ ਭਾਸ਼ਾਵਾਂ ਦੇ ਵਿਭਾਗ ਦੇ ਮੁਖੀ ਦਾਸ ਗੁਪਤਾ ਨੇ ਉਹਨੂੰ ਬੁਲਾ ਕੇ ਪੁੱਛਿਆ, अरे भाई गाइड तो अपने विद्यार्थियों की शिकायतें करते देखे हैं, पर आप पहले विद्यार्थी हैं जिसने अपने गाइड की शिकायत कर दी। बात क्या है? सर वो काम की बातें तो बताते नहीं, पर एक्स्ट्रा को करिकुलर एक्टिविटीज़ ज़्यादा करवाते हैं। ਰੁਪਾਣੇ ਦਾ ਉੱਤਰ ਸੁਣ ਕੇ ਮੁਖੀ ਨੇ ਉਹਦਾ ਗਾਈਡ ਬਦਲ ਦਿੱਤਾ ਤੇ ਡਾਕਟਰ ਤਰਲੋਕ ਸਿੰਘ ਕੰਵਰ ਨੂੰ ਉਹਦਾ ਗਾਈਡ ਲਾ ਦਿੱਤਾ। ਕਾਦਰ ਯਾਰ ਦੀ ਟੈਕਸਟ ਤੇ ਉਹਨੇ ਨਵੇਂ ਗਾਈਡ ਦੀ ਰਹਿਨੁਮਾਈ ਹੇਠ ਆਪਣੀ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ।
ਰੂਪਾਣਾ ਭਾਵੇਂ ਹਲਕੀਆਂ ਫੁਲਕੀਆਂ ਤੇ ਸ਼ੁਗਲ ਮੇਲੇ ਵਾਲੀਆਂ ਗੱਲਾਂ ਕਰਕੇ ਮਸ਼ਹੂਰ ਹੈ, ਪਰ ਉਹ ਵਿਦਵਾਨ ਬੰਦਾ ਹੈ। ਉਹਨੇ ਬਹੁਤ ਅਧਿਐਨ ਕੀਤਾ ਹੈ ਤੇ ਫਿਲਾਸਫੀ, ਧਰਮ ਆਦਿ ਵਿਸ਼ਿਆਂ 'ਤੇ ਉਹਦੀ ਪੂਰੀ ਪਕੜ ਹੈ। ਉਹਨੇ ਅਨੇਕਾਂ ਅੰਗਰੇਜ਼ੀ ਨਾਵਲਕਾਰਾਂ ਨੂੰ ਪੜ੍ਹਿਆ ਤੇ ਹੁਣ ਵੀ ਪੜ੍ਹ ਰਿਹਾ ਹੈ। ਨਵੇਂ ਲੇਖਕਾਂ ਨੂੰ ਵੀ ਉਹ ਅੰਗਰੇਜ਼ੀ ਨਾਵਲ ਪੜ੍ਹਨ ਦੀ ਸਲਾਹ ਦਿੰਦਾ ਹੈ। ਰੂਪਾਣਾ ਦੱਸਦਾ ਹੈ, ਇੱਕ ਵਾਰ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ ਸੀ, ਅੰਗਰੇਜ਼ੀ ਸ਼ਬਦ ਫੱਕ ਯੂਨਾਨੀ ਭਾਸ਼ਾ 'ਚੋਂ ਨਿਕਲਿਆ। ਮੈਂ ਉਹਨੂੰ ਚਿੱਠੀ ਲਿਖ ਕੇ ਦੱਸਿਆ ਕਿ ਨਹੀਂ, ਇਹ ਸ਼ਬਦ ਪੰਜਾਬੀ 'ਚੋਂ ਲਿਆ ਗਿਆ। ਅਸੀਂ ਪੰਜਾਬੀ ਕਹਿੰਦੇ ਹਾਂ ਫੱਕਾ ਮਾਰਨਾ, ਬਸ ਉਸੇ ਤੋਂ ਇਹ ਸ਼ਬਦ ਅੰਗਰੇਜ਼ੀ ਨੇ ਲਿਆ। ਮੈਨੂੰ ਖੁਸ਼ਵੰਤ ਸਿੰਘ ਨੇ ਜਾਣਕਾਰੀ ਦੇਣ ਲਈ ਧੰਨਵਾਦੀ ਚਿੱਠੀ ਲਿਖੀ ਸੀ, ਜੋ ਮੈਂ ਹੁਣ ਤੱਕ ਸਾਂਭੀ ਹੋਈ ਹੈ। ਹੈਗੀ ਆ ਇਹ ਚਿੱਠੀ? ਮੈਂ ਪੁੱਛਿਆ। ਵੈਸੇ ਆਸੇ-ਪਾਸੇ ਖਿਲਰੀਆਂ ਤੇ ਬੇਤਰਤੀਬੀ ਵਿੱਚ ਪਈਆਂ ਕਿਤਾਬਾਂ ਤੇ ਚੀਜ਼ਾਂ ਵਸਤਾਂ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਚਿੱਠੀ ਆਈ ਵੀ ਹੋਈ ਤਾਂ ਇਹਨੇ ਕਿੱਥੇ ਸੰਭਾਲੀ ਹੋਣੀ ਹੈ। ਮੁਕਤਸਰ ਦੀ ਇੱਕ ਸ਼ਾਇਰਾ ਨੇ ਉਹਨੇ ਆਪਣੇ ਮੁੰਡਿਆਂ ਦੀ ਮਾਸੀ ਬਣਾਇਆ ਹੋਇਆ। ਜਦੋਂ ਉਹਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਇਨਾਮ ਮਿਲਿਆ ਸੀ ਤਾਂ ਉਹ ਵੀ ਉਚੇਚਾ ਨਾਲ ਗਈ ਸੀ। ਪਟਿਆਲੇ ਮੁੜਨ ਲੱਗੇ ਤਾਂ ਪ੍ਰੀਤਪਾਲ ਨੇ ਖਾਣ ਪੀਣ ਦਾ ਸਮਾਨ ਗੱਡੀ 'ਚ ਲਿਆ ਰੱਖਿਆ। ਕੁਆਲਿਸ ਗੱਡੀ ਅਜੇ ਪਟਿਆਲੇ ਨਿਕਲੀ ਸੀ ਕਿ ਉਹਨੇ ਪਿੱਛੇ ਬੈਠੇ ਨੇ ਦਾਰੂ ਵਰਤਾਉਣੀ ਸ਼ੁਰੂ ਕਰਤੀ। ਸ਼ਾਮ ਨੂੰ ਜਦੋਂ ਬਠਿੰਡੇ ਆ ਕੇ ਉਤਰੇ ਤਾਂ ਸਭ ਦਾ ਹਾਲ ਜੰਨ ਤੋਂ ਵਾਪਸ ਆਏ ਸ਼ਰਾਬੀਆਂ ਵਰਗਾ ਹੋ ਚੁੱਕਾ ਸੀ। ਪ੍ਰੋਫੈਸਰ ਲੋਕਨਾਥ ਤੇ ਸਰਕਾਰੀ ਕਾਲਜ ਮੁਕਤਸਰ ਦਾ ਇੱਕ ਹੋਰ ਪ੍ਰੋਫੈਸਰ ਵੀ ਇੱਥੇ ਨਾਲ ਰਲ ਗਏ ਸਨ। ਸਰਹੰਦ ਨਹਿਰ ਦੇ ਨੇੜੇ ਬਣੇ ਇੱਕ ਰੈਸਟੋਰੈਂਟ ਦੇ ਮੂਹਰੇ ਫਿਰ ਮਹਿਫਿਲ ਜੰਮ ਗਈ। ਦੋਵਾਂ ਪ੍ਰੋਫੈਸਰਾਂ ਦੀ ਵੀ ਪਹਿਲਾਂ ਪੀਤੀ ਸੀ। ਸਾਰੇ ਉਗਦੀਆਂ ਪਤਾਲ ਮਾਰੀ ਜਾਂਦੇ ਸੀ। ਮਰਦਾਂ ਦੀ ਟੋਲੀ 'ਚ ਇੱਕ ਸੁੰਦਰ ਔਰਤ ਨੂੰ ਬੈਠਿਆਂ ਵੇਖ ਕੇ ਕੋਲੋਂ ਦੀ ਲੰਘਣ ਵਾਲੇ ਹੈਰਾਨ ਹੋ ਰਹੇ ਸੀ। ਇਸੇ ਸਮੇਂ ਲੋਕਨਾਥ ਦੇ ਸਾਥੀ ਪ੍ਰੋਫੈਸਰ ਨੇ ਸ਼ਾਇਰਾ ਨੂੰ ਕੁਝ ਕਹਿ ਦਿੱਤਾ ਜੋ ਰੂਪਾਣਾ ਬਰਦਾਸ਼ਤ ਨਾ ਕਰ ਸਕਿਆ। ਇਹ ਮੇਰੀ ਧੀ ਹੈ। ਹਾਂ, ਦੱਸ, ਕੁਝ ਹੋਰ ਕਹਿਣਾ? ਰੂਪਾਣੇ ਨੇ ਸਖਤੀ ਨਾਲ ਉਸ ਪ੍ਰੋਫੈਸਰ ਨੂੰ ਕਿਹਾ ਤਾਂ ਚੁੱਪ ਕਰਕੇ ਬੈਠ ਗਿਆ। ਮੈਂ ਰੂਪਾਣੇ ਦਾ ਨਵਾਂ ਰੂਪ ਵੇਖ ਰਿਹਾ ਸੀ। ਸ਼ਾਇਰਾ ਸਾਲੀ ਤੋਂ ਧੀ ਬਣ ਗਈ ਸੀ। ਰੂਪਾਣੇ ਦਾ ਕੱਦ 5.5 ਫੁੱਟ ਹੈ। ਸਰੀਰ ਪਤਲਾ, ਚਿੱਟੀ ਦਾੜੀ, ਠੱਪੀ ਹੋਈ, ਗੋਲ ਜਿਹੀ ਪੱਗ। ਇੱਕ ਵੇਰਾ ਅਸੀਂ ਤਿੰਨੇ, ਤੀਜਾ ਗੁਰਸੇਵਕ ਸੀ। ਪ੍ਰੀਤ ਮੁਕਤਸਰ ਦੇ ਗੁਰੂ ਗੋਬਿੰਦ ਸਿੰਘ ਪਾਰਕ 'ਚ ਬੈਠੇ ਸੀ। ਆਪਣੇ ਅੰਦਾਜ਼ 'ਚ ਰੂਪਾਣਾ ਸਧਾਰਨ ਗੱਲ ਨੂੰ ਅਸਾਧਾਰਨ ਬਣਾ ਕੇ ਦੱਸਣ ਲੱਗਿਆ। ਇਸ ਥਾਂ 'ਤੇ ਖੁੱਲ੍ਹਾ ਮੈਦਾਨ ਹੁੰਦਾ ਸੀ। ਇੱਥੇ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀ। ਕਾਲਜੋਂ ਪੜ੍ਹ ਕੇ ਪਿੰਡ ਜਾਣਾ ਤੇ ਫਿਰ ਰੂਪਾਣੇ ਤੋਂ ਇੱਥੇ ਫੁੱਟਬਾਲ ਖੇਡਣ ਆਉਣਾ। ਇੱਕ ਕਰਤਾਰ ਸਿੰਘ ਢਿੱਲੋਂ ਹੁੰਦਾ ਸੀ ਜੋ ਫੁੱਟਬਾਲ ਦਾ ਬਹੁਤ ਹੀ ਤਕੜਾ ਪਲੇਅਰ ਸੀ। ਅਸੀਂ ਹਮੇਸ਼ਾ ਉਹਦੀ ਟੀਮ ਦੇ ਉਲਟ ਹੀ ਖੇਡਦੇ। ਉਸੇ ਵਕਤ ਮੇਰੇ ਚੇਤੇ ਵਿੱਚ 6 ਫੁੱਟ ਤੋਂ ਉੱਚੇ ਕੱਦ ਵਾਲਾ ਸਵਰਗਵਾਸੀ ਹੈਡਮਾਸਟਰ ਕਰਤਾਰ ਸਿੰਘ ਢਿੱਲੋਂ ਆ ਗਿਆ। ਉਹ ਸੱਚਮੁੱਚ ਹੀ ਫੁੱਟਬਾਲ ਦਾ ਬਹੁਤ ਤਕੜਾ ਪਲੇਅਰ ਹੁੰਦਾ ਸੀ। ਅਚਾਨਕ ਮੇਰੀ ਨਿਗਾਹ ਹੇਠਾਂ ਰੂਪਾਣਾ ਦੀ ਲਾਈ ਜੁੱਤੀ 'ਤੇ ਪਈ, ਜਿਵੇਂ ਕਿਸੇ ਜਵਾਕ ਦੀ ਗੁਰਗਾਪੀ ਹੋਵੇ। 5 ਨੰਬਰ ਦੀ। ਮੈਂ ਆਪਣਾ ਹਾਸਾ ਮਸਾਂ ਹੀ ਰੋਕਿਆ। ਇਹ ਕੀ ਕਿੱਕ ਲਾਉਂਦਾ ਹੋਏਗਾ? ਪਰ ਨਹੀਂ, ਰੂਪਾਣਾ ਸੱਚਮੁੱਚ ਹੀ ਫੁੱਟਬਾਲ ਦਾ ਵਧੀਆ ਖਿਡਾਰੀ ਰਿਹਾ ਹੈ ਤੇ ਉਹ ਯੂਨੀਵਰਸਿਟੀ ਪੱਧਰ ਤੱਕ ਖੇਡਿਆ। ਉਹਦੇ ਖੱਬੇ ਤੇ ਸੱਜੇ ਪੈਰ ਨੂੰ ਬਾਲ 'ਤੇ ਕੰਟਰੋਲ ਕਰਨ ਦੀ ਇੱਕੋ ਜਿਹੀ ਮੁਹਾਰਤ ਹਾਸਲ ਸੀ। ਇਸੇ ਕਰਕੇ ਹਮਲਾਵਰ ਪੰਕਤੀ ਵਿੱਚ ਉਹਨੂੰ ਰਾਈਟ ਇਨ ਤੇ ਕਦੇ ਰਾਈਟ ਆਊਟ ਖਿਡਾਇਆ ਜਾਂਦਾ ਸੀ। ਇੱਕ ਦਿਨ ਉਹ ਆਪਣੀ ਜਵਾਨੀ ਵੇਲੇ ਦੀ ਫੋਟੋ ਵਿਖਾਉਣ ਲੱਗਿਆ। ਪੂਰਾ ਭਰਵਾਂ ਚਿਹਰਾ, ਚੌੜੇ ਮੋਢੇ, ਜਿਵੇਂ ਕੋਈ ਮਿਲਟਰੀ ਦਾ ਅਫਸਰ ਹੋਵੇ। ਉਹਨੇ ਦੱਸਿਆ ਕਿ ਦਿੱਲੀੋਂ ਰੇਲ ਗੱਡੀ 'ਤੇ ਇੱਧਰ ਆ ਰਿਹਾ ਸੀ। ਡੱਬੇ ਦੀ ਤਲਾਸ਼ੀ ਹੋ ਗਈ। ਉਹਦੇ ਬੈਗ 'ਚ ਰੰਮ ਦੀਆਂ 3-4 ਬੋਤਲਾਂ ਸੀ। ਰੂਪਾਣੇ ਨੂੰ ਮੌਕੇ 'ਤੇ ਗੱਲ ਬੜੀ ਔੜਦੀ ਹੈ ਤੇ ਇਸ ਮੌਕੇ ਵੀ ਔੜ ਪਈ। ਸਾਨੂੰ ਫੌਜੀਆਂ ਨੂੰ ਰੰਮ ਬਿਨਾਂ ਨਹੀਂ ਸਰਦਾ। ਹੱਸਦੇ ਹੋਏ ਉਹਨੇ ਪੁਲਿਸ ਵਾਲਿਆਂ ਨੂੰ ਕਿਹਾ ਤੇ ਉਹਨੂੰ ਕੋਈ ਫੌਜੀ ਅਫਸਰ ਸਮਝਦੇ ਹੋਏ ਬਿਨਾਂ ਕੋਈ ਪੁੱਛ ਪੜਤਾਲ ਕੀਤੇ ਹੋਰਨਾਂ ਦੀ ਤਲਾਸ਼ੀ ਲੈਣ ਲੱਗ ਪਏ। ਕਹਾਣੀਆਂ ਵੀ ਰੂਪਾਣਾ ਸ਼ੁਗਲ 'ਚ ਹੀ ਲਿਖਣ ਲੱਗ ਪਿਆ ਸੀ। ਉਹਨਾਂ ਦੇ ਪਿੰਡ ਦੇ ਸਕੂਲ 'ਚ ਪੜ੍ਹਾਉਂਦਾ ਇੱਕ ਅਧਿਆਪਕ 5 ਦਰਿਆ ਤੇ ਪ੍ਰੀਤ ਲੜੀ ਦਾ ਪੱਕਾ ਪਾਠਕ ਸੀ। ਉਸ ਸਮੇਂ ਰੂਪਾਣਾ ਖਾਲਸਾ ਸੈਕੰਡਰੀ ਸਕੂਲ ਮੁਕਤਸਰ 'ਚ ਪੜ੍ਹਦਾ ਸੀ ਤੇ ਅਕਸਰ ਹੀ ਸ਼ਾਮ ਨੂੰ ਸਕੂਲ ਚਲਾ ਜਾਂਦਾ ਸੀ। ਇੱਕ ਦਿਨ ਉਹਨੇ ਅਧਿਆਪਕ ਨੂੰ ਛੇੜਦੇ ਹੋਏ ਕਿਹਾ ਕਿ ਸਾਰਾ ਦਿਨ ਆ ਕਹਾਣੀਆਂ ਜੀ ਪੜ੍ਹਦੇ ਰਹਿੰਦੇ ਹੋ। ਅੱਗੋਂ ਉਹਨੇ ਮਸ਼ਕਰੀ ਨਾਲ ਕਿਹਾ ਕਿ ਘੁੱਗੀ ਕੀ ਜਾਣੇ ਸਤਿਗੁਰ ਕੀਆਂ ਬਾਤਾਂ। ਰੂਪਾਣਾ ਵੱਟ ਖਾ ਗਿਆ ਤੇ ਬੋਲਿਆ ਕਿ ਇਹੋ ਜਿਹੀਆਂ ਕਹਾਣੀਆਂ ਤਾਂ ਮੈਂ ਵੀ ਲਿਖ ਸਕਦਾ। ਅਗਲੇ ਦਿਨ ਉਹ ਮੁਕਤਸਰ ਆਪਣਾ 10ਵੀਂ ਦਾ ਰਿਜ਼ਲਟ ਵੇਖਣ ਜਾ ਰਿਹਾ ਸੀ ਤਾਂ ਉਹਦੇ ਮੂਹਰੇ ਜਾਂਦੇ 2 ਸਾਈਕਲ ਸਵਾਰ ਗੱਲਾਂ ਕਰਦੇ ਜਾਂਦੇ ਸੀ। ਸਾਈਕਲ 'ਤੇ ਉਹਨਾਂ ਦੇ ਪਿੱਛੇ ਆਉਂਦਾ ਰੂਪਾਣਾ ਗੱਲਾਂ ਸੁਣਦਾ ਆਇਆ। ਉਸ ਦਿਨ ਉਹਦਾ 10ਵੀਂ ਦਾ ਰਿਜ਼ਲਟ ਤਾਂ ਨਾ ਆਇਆ, ਪਰ ਘਰ ਆ ਕੇ ਰੂਪਾਣੇ ਨੇ ਰਫ ਕਾਪੀ ਚੁੱਕ ਲਈ। ਸੁਣੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਹਾਣੀ ਲਿਖਣ ਬੈਠ ਗਿਆ। ਕਹਾਣੀ ਲਿਖ ਕੇ ਅਧਿਆਪਕ ਤੋਂ ਚੋਰੀਓਂ ਰਸਾਲੇ ਦਾ ਐਡਰੈਸ ਨੋਟ ਕਰ ਲਿਆ। ਅਗਲੇ ਦਿਨ ਉਹਨੇ 5 ਦਰਿਆ ਨੂੰ ਕਹਾਣੀ ਪੋਸਟ ਕਰ ਦਿੱਤੀ। ਕੁਝ ਦਿਨਾਂ ਬਾਅਦ ਹੀ ਉਹਨੂੰ ਰਸਾਲੇ ਦੇ ਮੁਲਾਜ਼ਮ ਅਜੀਤ ਦਾਗ ਦਾ ਪੱਤਰ ਮਿਲਿਆ, ਜਿਸ 'ਚ ਲਿਖਿਆ ਸੀ ਕਿ ਤੁਹਾਡੀ ਕਹਾਣੀ
ਪ੍ਰੋਫੈਸਰ ਮੋਹਨ ਸਿੰਘ ਨੂੰ ਪਸੰਦ ਆ ਗਈ ਹੈ। ਦ੍ਰੋਪਦੀ ਨਾਂ ਦੀ ਇਹ ਕਹਾਣੀ ਅਗਲੇ ਹੀ ਅੰਕ 'ਚ ਛਪ ਰਹੀ ਹੈ। ਅੱਗੇ ਤੋਂ ਕਹਾਣੀ ਵਰਕੇ ਦੇ ਇੱਕ ਪਾਸੇ ਲਿਖ ਕੇ ਭੇਜਿਆ ਕਰੋ। ਕਹਾਣੀ ਦੇ ਇਵਜ਼ ਵਿੱਚ ਤੁਹਾਨੂੰ 2 ਸਾਲ ਲਈ 5 ਦਰਿਆ ਮੁਫਤ ਭੇਜਿਆ ਜਾਏਗਾ। ਕਹਾਣੀ ਛਪੀ ਪਰ ਰੁਪਾਣੇ ਦਾ ਨਾਂ ਗੁਰਦੇਵ ਸਿੰਘ ਵਿਰਕ ਦੀ ਬਜਾਏ ਗੁਰਦੇਵ ਸਿੰਘ ਵਿਰਦੀ ਛਪ ਗਿਆ, ਜਿਹਦੀ ਦਰੁਸਤੀ ਉਹਨੇ ਅਗਲੇ ਅੰਕ 'ਚ ਕਰ ਦਿੱਤੀ ਸੀ। ਇੱਥੇ ਇਹ ਲਿਖਣ ਦੀ ਲੋੜ ਨਹੀਂ ਕਿ ਉਹ ਅਧਿਆਪਕ ਕਿੰਨਾ ਹੈਰਾਨ ਹੋਇਆ ਹੋਵੇਗਾ। ਰੁਪਾਣੇ ਦਾ ਗੋਤ ਵਿਰਕ ਹੈ, ਪਰ ਬਾਅਦ 'ਚ ਉਹਨੇ ਵਿਰਕ ਲਿਖਣਾ ਛੱਡ ਦਿੱਤਾ। ਆਪਣੇ ਪਿੰਡ ਦੇ ਨਾਂ ਨੂੰ ਹੀ ਤਖੱਲਸ ਬਣਾ ਲਿਆ। ਤਖੱਲਸ ਬਦਲਣ ਦੇ ਮਾਮਲੇ 'ਤੇ ਉਹਦੀ ਕੁਲਵੰਤ ਸਿੰਘ ਵਿਰਕ ਨਾਲ ਦਿਲਚਸਪ ਵਾਰਤਾਲਾਪ ਹੋਈ ਸੀ। ਤੂੰ ਆਪਣੇ ਨਾਂ ਨਾਲੋਂ ਵਿਰਕ ਲਿਖਣਾ ਕਿਉਂ ਛੱਡਤਾ? ਕਿਉਂਕਿ ਪਹਿਲਾਂ ਵੀ ਇੱਕ ਵਿਰਕ ਹੈਗਾ, ਅਤੇ ਫਿਰ ਕੀ ਹੈ? ਉਹ ਬੰਦਾ ਜ਼ੋਰ ਵਾਲਾ ਹੈ। ਆਪਣੀਆਂ ਮਾੜੀਆਂ ਕਹਾਣੀਆਂ ਵੀ ਮੇਰੇ ਨਾਂ ਪਾ ਦਿਓ, ਇੱਥੋਂ ਤੱਕ ਪਹੁੰਚ ਜਾਏਗਾ। ਤੁਸੀਂ ਛੱਡੋ ਤਾਂ ਸਹੀ, ਕਿੱਥੋਂ ਤੱਕ ਲੈ ਕੇ ਜਾਂਦੇ ਹੋ? ਗੁਰਦੇਵ ਸਿੰਘ ਰੁਪਾਣਾ ਕੁਲਵੰਤ ਸਿੰਘ ਵਿਰਕ ਦੀ ਪਰੰਪਰਾ ਦਾ ਲੇਖਕ ਹੈ। ਉਹਨੇ ਅਨੇਕਾਂ ਹੀ ਯਾਦਗਾਰੀ ਕਹਾਣੀਆਂ ਦੀ ਰਚਨਾ ਕੀਤੀ ਹੈ। ਉਹਦੇ ਨਾਵਲ ਗੋਰੀ, ਆਸੋ ਦਾ ਟੱਬਰ, ਜਲਦੇਵ ਅਤੇ ਸ੍ਰੀ ਪਾਰਵਾ ਵੀ ਬਹੁਤ ਪੜ੍ਹੇ ਅਤੇ ਸਲਾਹੇ ਗਏ ਹਨ। ਉਹਦਾ ਪਾਠਕ ਵਰਗ ਵਿਸ਼ਾਲ ਹੈ, ਜੋ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਤੱਕ ਫੈਲਿਆ ਹੋਇਆ ਹੈ। ਉਹਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ, ਪੰਜਾਬੀ ਅਕੈਡਮੀ ਦਿੱਲੀ ਦੇ ਇਨਾਮ, ਵਿਰਕ ਅਵਾਰਡ, ਬਲਰਾਜ ਸਾਹਨੀ ਯਾਦਗਾਰੀ ਅਵਾਰਡ, ਹੋਰ ਅਨੇਕਾਂ ਇਨਾਮ ਸਨਮਾਨ ਮਿਲ ਚੁੱਕੇ। ਪਰ ਰੁਪਾਣੇ ਨੂੰ ਆਲੋਚਕ ਨਹੀਂ ਮਿਲੇ, ਭਾਵੇਂ ਪਾਠਕ ਬਹੁਤ ਮਿਲੇ। ਖੋਜ ਕਾਰਜ ਤਾਂ ਉਹਦੀਆਂ ਰਚਨਾਵਾਂ 'ਤੇ ਨਾਮ ਮਾਤਰ ਹੀ ਹੋਇਆ। ਪੰਜਾਬ ਦੀਆਂ 3 ਯੂਨੀਵਰਸਿਟੀਆਂ ਅਤੇ ਉਹਨਾਂ ਦੇ ਰੀਜਨਲ ਸੈਂਟਰਾਂ 'ਚ ਸੈਂਕੜਿਆਂ ਦੀ ਗਿਣਤੀ 'ਚ ਵਿਦਿਆਰਥੀ ਅਨੇਕਾਂ ਹੀ ਨਵੇਂ ਪੁਰਾਣੇ ਕਹਾਣੀਕਾਰਾਂ 'ਤੇ ਐਮਫਿਲ ਆਦਿ ਕਰਕੇ ਨਿਕਲ ਰਹੇ ਹਨ। ਪਰ ਸਾਰਿਆਂ ਨੇ ਰੁਪਾਣੇ ਨੂੰ ਵਿਸਾਰ ਦਿੱਤਾ ਹੈ, ਕਿਉਂਕਿ ਯੂਨੀਵਰਸਿਟੀਆਂ ਦਾ ਗਾਈਡ ਵਰਗ ਲਿਹਾਜ਼ਾਂ ਪੂਰਨ 'ਤੇ ਲੱਗਿਆ ਹੋਇਆ ਹੈ ਅਤੇ ਰੁਪਾਣੇ ਵਰਗੇ ਬੰਦਿਆਂ ਦੀ ਕਿਸੇ ਨਾਲ ਲਿਹਾਜ਼ ਹੀ ਨਹੀਂ ਅਤੇ ਹੋ ਵੀ ਨਹੀਂ ਸਕਦੀ। ਰੁਪਾਣੇ ਦਾ ਨਾਵਲ ਗੋਰੀ ਸਰਕਾਰੀ ਕਾਲਜ ਮੁਕਤਸਰ ਦੀ ਲਾਇਬ੍ਰੇਰੀ 'ਚੋਂ ਅਨੇਕਾਂ ਹੀ ਵਿਦਿਆਰਥੀਆਂ ਨੇ ਕਢਾ ਕੇ ਪੜ੍ਹ ਰਹੇ ਹਨ। ਇਹ ਉਹੀ ਨਾਵਲ ਹੈ ਜਿਹਦੇ ਨਾਂ ਨਾਲ ਮਿਲਦਾ ਨਾਂ ਗੌਰੀ ਰੱਖ ਕੇ ਪਾਪਾ ਪ੍ਰੀਤਮ ਸਿੰਘ ਨੇ ਇੱਕ ਲੇਖਕਾਂ ਦੀ ਕਿਤਾਬ ਛਾਪ ਦਿੱਤੀ ਸੀ ਅਤੇ ਰੁਪਾਣੇ ਨਾਲ ਪੰਗਾ ਲੈ ਕੇ ਖੱਜਲ ਖੁਆਰ ਹੋਇਆ ਸੀ। ਰੁਪਾਣੇ ਨੂੰ ਗਿਲਾ ਕਿ ਆਲੋਚਕ ਉਹਦੀਆਂ ਕੁਝ ਕਹਾਣੀਆਂ ਜਿਵੇਂ ਹਵਾ, ਰੋਟੀ, ਸ਼ੀਸ਼ਾ ਆਦਿ ਦਾ ਹੀ ਨੋਟਿਸ ਲੈਂਦੇ ਆ, ਜਦਕਿ ਉਹਦੀਆਂ ਹੋਰ ਵੀ ਬਹੁਤ ਵਧੀਆ ਕਹਾਣੀਆਂ ਹਨ, ਜਿਵੇਂ ਕਣਕ ਦਾ ਦਾਣਾ। ਇੱਕ ਵਾਰ ਬਲਦੇਵ ਧਾਲੀਵਾਲ ਨੇ ਵੰਡ ਦੇ ਸਮੇਂ ਦੀਆਂ ਕਹਾਣੀਆਂ 'ਤੇ ਪੇਪਰ ਲਿਖਿਆ, ਜਿਸ 'ਚ ਇਸ ਵਿਸ਼ੇ ਨਾਲ ਸੰਬੰਧਿਤ ਰੁਪਾਣਾ ਦੀ ਬਹੁਤ ਚਰਚਿਤ ਕਹਾਣੀ ਹਵਾ ਦਾ ਜ਼ਿਕਰ ਨਹੀਂ ਸੀ। ਉਹਨੂੰ ਪੁੱਛਿਆ ਗਿਆ ਤਾਂ ਉਹਨੇ ਸਹਿਜ ਭਾਈ ਕਹਿ ਦਿੱਤਾ ਵੀ ਇਹ ਕਹਾਣੀ ਉਹਦੇ ਚੌਕਟੇ 'ਚ ਫਿੱਟ ਨਹੀਂ ਆਉਂਦੀ। ਰੁਪਾਣੇ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਆਲੋਚਕ ਚੌਕਟੇ ਕਿਵੇਂ ਬਣਾਉਂਦੇ ਆ। ਉਹ ਸੂਰੇ ਵਾਲੀਆ, ਯਾਰ ਤੇਰੇ ਪਿੰਡ ਦੇ ਛੱਪੜ ਹੀ ਬਲਾ ਵੱਡੇ ਆ। ਇੱਕ ਦਿਨ ਰੁਪਾਣੇ ਨੇ ਮੈਨੂੰ ਆਪਣੀ ਗੱਲ ਨੂੰ ਅਸਾਧਾਰਨ ਬਣਾਉਣ ਵਾਲੇ ਲਹਿਜੇ 'ਚ ਕਿਹਾ ਤਾਂ ਮੈਨੂੰ ਆਪਣੇ ਪਿੰਡ ਦੇ ਛੱਪੜ ਹੋਰ ਵੀ ਵੱਡੇ ਨਜ਼ਰ ਆਉਣ ਲੱਗ ਗਏ। ਉਹ ਸਾਡੇ ਪਿੰਡ ਉਸ ਵੇਲੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਆਪਣੇ ਭਤੀਜਿਆਂ ਖਿਲਾਫ ਫਰਿਆਦ ਕਰਨ ਗਿਆ ਸੀ, ਜੋ ਉਹਦੇ ਘਰ ਨੂੰ ਲਾਂਘਾ ਨਹੀਂ ਦੇ ਰਹੇ ਸੀ। ਮੇਰੀ ਸ਼ੰਕਾ ਸਹੀ ਸਾਬਤ ਹੋਈ ਸੀ। ਸ਼ਰੀਕ ਉਹ ਵੀ ਜੱਟ, ਇਸ ਤਰ੍ਹਾਂ ਤਾਂ ਫਿਰ ਹੋਣਾ ਹੀ ਸੀ। ਉਸ ਸਮੇਂ ਸਾਹਿਤ ਰਸੀਆ DSP ਬਲਜੀਤ ਸਿੰਘ ਸਿੱਧੂ ਮੁਕਤਸਰ ਵਿਖੇ ਤੈਨਾਤ ਨਾ ਹੁੰਦਾ ਤਾਂ ਸ਼ਰੀਕਾਂ ਨੇ ਰੁਪਾਣੇ ਦਾ ਛੋਟਾ ਜਿਹਾ ਆਸ਼ਿਆਨਾ ਕੌਡੀਆਂ ਦੇ ਭਾਅ ਖਰੀਦ ਕੇ ਉਹਨੂੰ ਇੱਕ ਵਾਰ ਫਿਰ ਬੇਘਰ ਕਰ ਦਿੱਤਾ ਸੀ। ਪਰ ਰੁਪਾਣਾ ਤਾਂ ਪਿੰਡ ਦਾ ਸਰਪੰਚ ਬਣਨ ਨੂੰ ਫਿਰਦਾ ਸੀ। ਤਾਸ਼ ਖੇਡਣ ਵਾਲੇ ਸਾਥੀਆਂ ਨੇ ਉਹਨੂੰ ਉਂਗਲ ਲਾ ਦਿੱਤੀ ਸੀ ਕਿ ਇਸ ਵਾਰ ਤੈਨੂੰ ਪਿੰਡ ਦਾ ਸਰਪੰਚ ਬਣਾਉਣਾ ਹੈ। ਪਰ ਪਿੰਡ ਦੀ ਸਰਪੰਚੀ ਹਰੀਜਨ ਔਰਤ ਵਾਸਤੇ ਰਾਖਵੀਂ ਕਰ ਦਿੱਤੀ ਗਈ। ਮੁਕਤਸਰ ਕਚਹਿਰੀਆਂ 'ਚ ਪੰਚੀ ਸਰਪੰਚੀ ਦੀ ਉਮੀਦਵਾਰੀ ਲਈ ਨਾਮਜ਼ਦਗੀਆਂ ਭਰਨ ਵਾਲਿਆਂ ਦਾ ਮੇਲਾ ਲੱਗਿਆ ਹੋਇਆ ਸੀ। ਟਾਈਪਿਸਟਾਂ ਦੀਆਂ ਉਂਗਲਾਂ ਤੇਜ਼ੀ ਨਾਲ ਟਾਈਪ ਮਸ਼ੀਨ 'ਤੇ ਵੱਜ ਰਹੀਆਂ ਸਨ। ਜਿਵੇਂ ਮੇਲੇ 'ਚ ਤੱਤੀਆਂ ਜਲੇਬੀਆਂ ਕੱਢ ਰਹੇ ਹਲਵਾਈ ਤੋਂ ਜਲੇਬੀਆਂ ਖਾਣ ਵਾਲਿਆਂ ਦਾ ਰਸ਼ ਨਹੀਂ ਭੁਗਤਾਇਆ ਜਾਂਦਾ, ਉਹੀ ਹਾਲ ਟਾਈਪਿਸਟ ਗੁਰਸੇਵਕ ਪ੍ਰੀਤ ਦਾ ਸੀ। ਨੋਟਾਂ ਨਾਲ ਉਹਦੇ ਕਮੀਜ਼ ਤੇ ਪੈਂਟ ਦੀਆਂ ਜੇਬਾਂ ਆਫਰੀਆਂ ਪਈਆਂ ਸੀ ਅਤੇ ਗੁਰਦੇਵ ਸਿੰਘ ਰੁਪਾਣਾ ਉਹਦੇ ਖੋਖੇ ਦੇ ਅੰਦਰ ਖੂੰਜੇ ਚੋਲੇ ਬੈਠਾ ਰੈੱਡ ਨਾਈਟ ਦੇ ਪੈਗ ਪੀ ਭੁਜੀਏ ਦੇ ਫੱਕੇ ਮਾਰ ਰਿਹਾ ਸੀ। ਆ ਯਾਰ ਸੂਰੇ ਵਾਲੀਆ, ਅੱਜ ਤਾਂ ਬੜਾ ਸੋਹਣਾ ਲੱਗਦਾ। ਮੈਨੂੰ ਵੇਖਦਿਆਂ ਸਾਰੀ ਉਹ ਖਿੜ ਗਿਆ ਅਤੇ ਗਲਾਸ 'ਚ ਮੇਰੇ ਲਈ ਪੈਗ ਪਾਉਣ ਲੱਗਿਆ। ਆਪਣੀ ਸਰਪੰਚੀ ਦਾ ਕੀ ਬਣਿਆ? ਮੈਂ ਜਾਣ ਬੁੱਝ ਕੇ ਪੁੱਛਿਆ। ਲੋਕ ਤਾਂ ਚਾਹੁੰਦੇ ਆ ਕਿ ਮੈਂ ਸਰਪੰਚ ਬਣਾ, ਪਰ ਆ ਰਾਖਵੇਂ ਕਰਨ ਨੇ ਗੰਢੇ ਗਾਲ 'ਤੇ। ਮੈਂ ਤਾਂ ਕਿਹਾ ਸੀ ਵੀ ਕਿਸੇ ਹਰੀਜਨ ਜਨਾਨੀ ਨਾਲ ਮੇਰਾ ਗੰਢ ਤੋਪਾ ਭਰ ਦਿਓ, ਸਰਪੰਚੀ ਮੈਂ ਕਰੀ ਜਾਊਂਗਾ। ਉਹਨੇ ਕਿਹਾ ਅਤੇ ਠਹਾਕਾ ਮਾਰ ਕੇ ਹੱਸ ਪਿਆ। ਹੱਸਦਿਆਂ ਉਹਨੂੰ ਹੁੱਥੂ ਆ ਗਿਆ ਅਤੇ ਫਿਰ ਖੰਘਣ ਲੱਗ ਪਿਆ। ਉਹਦਾ ਪਿੰਜਰ ਖੜ ਕਰ ਰਿਹਾ ਸੀ। ਹਾਰਟ ਅਟੈਕ ਤੋਂ ਬਾਅਦ ਉਹ ਕਾਫੀ ਕਮਜ਼ੋਰ ਹੋ ਗਿਆ ਹੈ। ਉਹਨੂੰ ਖੰਘਦਿਆਂ ਵੇਖ ਕੇ ਮੈਂ ਕੰਬ ਜਿਹਾ ਗਿਆ।
ਜਦੋਂ ਉਹਦੀ ਖੰਘ ਟਿਕ ਗਈ ਤਾਂ ਉਹਨੇ ਸਿਮ ਆਈਆਂ ਅੱਖਾਂ ਪੂੰਝੀਆਂ ਤੇ ਫਿਰ ਸਿਗਰਟ ਬਾਲ ਲਈ। ਦਿਨ ਅਜੇ ਢਲਿਆ ਨਹੀਂ ਸੀ। ਅੱਧੀ ਬੋਤਲ ਦੇ ਨੇੜੋਂ ਇਕੱਲਾ ਹੀ ਪੀ ਬੈਠਾ ਸੀ। ਤੇ ਸਿਗਰਟ ਵੀ ਨਹੀਂ ਬੁਝਣ ਦੇ ਰਿਹਾ ਸੀ। ਉਹਦੀਆਂ ਅੱਖਾਂ 'ਚ ਲਾਲ ਡੋਰੇ ਉਤਰੇ ਹੋਏ ਸਨ। ਇੰਨੀ ਦਾਰੂ, ਇੰਨੀਆਂ ਸਿਗਰਟਾਂ। ਮੈਨੂੰ ਇੱਕ ਗਾਣੇ ਦੇ ਬੋਲ ਯਾਦ ਆ ਗਏ। ਐਬ ਤੋਂ ਇੱਕ ਮਾੜਾ ਵੇ ਤੂੰ, ਦੋ ਦੋ ਲਾਈ ਫਿਰਦਾ, ਇੱਕ ਦਾਰੂ ਦੂਜੀ। ਰੁਪਾਣੇ ਨੇ ਤਾਂ ਪਤਾ ਨਹੀਂ ਕਿੰਨੇ ਐਬ ਲਾਏ ਨੇ। ਨਾਲੇ ਸਾਡੀਆਂ ਲੇਖਕਾਂ ਦੀਆਂ ਘਰ ਵਾਲੀਆਂ ਲਿਖਣ ਨੂੰ ਵੀ ਐਬ ਹੀ ਸਮਝਦੀਆਂ। ਬਾਅਦ ਦੀ ਲਿਖਤ ਇਹਨਾਂ ਗੱਲਾਂ ਨੂੰ ਦਹਾਕੇ ਦੇ ਕਰੀਬ ਹੋਣ ਵਾਲਾ ਹੈ ਤੇ ਹੁਣ ਤੱਕ ਬਹੁਤ ਸਾਰਾ ਪਾਣੀ ਪੁਲਾਂ ਹੇਠ ਦੀ ਵਹਿ ਗਿਆ ਹੈ। ਕਦੇ ਗੁਰਬਚਨ ਸਿੰਘ ਭੁੱਲਰ ਨਾਲ ਫੋਨ 'ਤੇ ਗੱਲ ਹੁੰਦੀ ਹੈ ਤਾਂ ਰੁਪਾਣੇ ਦਾ ਹਾਲ ਜ਼ਰੂਰ ਪੁੱਛਦਾ ਹੈ ਤੇ ਨਾਲ ਹੀ ਕਹਿੰਦਾ ਕਿ ਬੁੜੇ ਦਾ ਪਤਾ ਲੈਂਦਾ ਰਿਹਾ ਕਰ। ਰੁਪਾਣੇ ਦੇ ਮੁਕਤਸਰ ਦੇ ਗੇੜੇ ਹੁਣ ਘਟ ਗਏ ਹਨ। ਹੁਣ ਤਾਂ ਉਹ ਕਚਹਿਰੀਆਂ 'ਚ ਤਰੀਕਾਂ ਭੁਗਤਣ ਹੀ ਆਉਂਦਾ ਹੈ। ਇੱਕ ਤਾਂ ਉਹਦਾ ਆਪਣੇ ਭਤੀਜਿਆਂ ਨਾਲ ਹੀ ਘਰ ਵਾਲੇ ਥਾਂ ਦਾ ਕੇਸ ਚੱਲਦਾ ਹੈ ਤੇ ਦੂਜਾ ਉਹਨੇ ਲੁਧਿਆਣੇ ਦੇ ਪ੍ਰਕਾਸ਼ਕ 'ਤੇ ਕੀਤਾ ਹੋਇਆ, ਜਿਹੜਾ ਉਹਦੀ ਰਾਇਲਟੀ ਨਹੀਂ ਦੇ ਰਿਹਾ ਸੀ। ਮੈਂ ਤਾਂ ਕੰਬਲ ਨੂੰ ਛੱਡਦਾ ਪਰ ਕੰਬਲ ਨਹੀਂ ਮੈਨੂੰ ਛੱਡ ਰਿਹਾ ਵਾਲੀ ਗੱਲ ਬਣੀ ਹੋਈ ਹੈ। ਪ੍ਰਕਾਸ਼ਕ ਰਾਇਲਟੀ ਦੇਣ ਨੂੰ ਤਿਆਰ ਹੈ ਪਰ ਹੁਣ ਰੁਪਾਣਾ ਨਹੀਂ ਲੈਂਦਾ। ਇੱਕ ਨਿਹੰਗ ਸਿੰਘ ਨੇ ਕਿਹਾ ਸੀ ਕਿ ਮੈਂ ਤੇਜਾ ਸਿੰਘ, ਰੇਲ ਗੱਡੀ ਦਾ ਇੰਜਣ, ਨਾਲ ਯੁੱਧ ਕਰਾਂਗਾ ਤੇ ਬਰਛਾ ਲੈ ਕੇ ਲੀਹ ਦੇ ਵਿਚਕਾਰ ਖੜੋ ਗਿਆ ਸੀ। ਪਰ ਜਦੋਂ ਕੂਕਾ ਮਾਰਦੀ ਗੱਡੀ ਨੇੜੇ ਆਈ ਤਾਂ ਛਾਲ ਮਾਰ ਕੇ ਪਾਸੇ ਹੋ ਗਿਆ। ਕਹਿਣ ਲੱਗਾ ਮੈਂ ਤਾਂ ਇਹਦੀਆਂ ਚੀਕਾਂ ਹੀ ਕਢਾਉਣੀਆਂ ਸੀ। ਤੇ ਰੁਪਾਣੇ ਨੇ ਵੀ ਦਿੱਲੀ ਦੇ ਇੱਕ ਪ੍ਰਕਾਸ਼ਕ ਦੀਆਂ ਚੀਕਾਂ ਹੀ ਕਢਾਈਆਂ ਸੀ ਤੇ ਹੁਣ ਸ਼ਾਇਦ ਲੁਧਿਆਣੇ ਵਾਲੇ ਪ੍ਰਕਾਸ਼ਕ ਦੀਆਂ ਵੀ ਚੀਕਾਂ ਹੀ ਕਢਾਉਣੀਆਂ ਚਾਹੁੰਦਾ ਹੈ। ਇੱਕ ਦਿਨ ਘਰੇ ਵਿਹਲਾ ਹੀ ਸਾਂ ਤੇ ਮਨ ਉਂਝ ਹੀ ਉਦਾਸ ਹੋ ਗਿਆ ਸੀ। ਮੈਂ ਰੁਪਾਣੇ ਨੂੰ ਫੋਨ ਲਾ ਲਿਆ। ਆ ਜਾ ਘਰ ਹੀ ਆ। ਉਹਦੀ ਭਾਰੀ ਤੇ ਘੱਗੀ ਜਿਹੀ ਆਵਾਜ਼ ਆਈ ਤੇ 10 ਮਿੰਟਾਂ 'ਚ ਹੀ ਮੈਂ ਉਹਦੇ ਪਿੰਡ ਜਾ ਪਹੁੰਚਿਆ। ਜਿਹੜੀ ਫਿਰਨੀ ਪਹਿਲਾਂ ਕੱਚੀ ਸੀ ਹੁਣ ਪੱਕੀ ਸੜਕ ਬਣੀ ਹੋਈ ਸੀ। ਘਰ ਨੂੰ ਜਾਂਦੀ ਗਲੀ ਵੀ ਪੱਕੀ ਹੋ ਗਈ ਸੀ ਪਰ ਘਰ ਦੇ ਲਾਂਘੇ 'ਚ ਛੋਟੀ ਜਿਹੀ ਕੱਚੀ ਨਾਲੀ ਉਸੇ ਤਰ੍ਹਾਂ ਗੰਦੇ ਪਾਣੀ ਨਾਲ ਭਰੀ ਹੋਈ ਸੀ। ਸੱਜੇ ਹੱਥ ਵਾਲੇ ਘਰ ਦੇ ਨਵੇਂ ਕਮਰੇ ਪੈ ਗਏ ਸਨ ਤੇ ਖੱਬੇ ਹੱਥ ਵਾਲੀ ਕੋਠੀ ਵੀ ਮੁਕੰਮਲ ਹੋਈ ਜਾਪ ਰਹੀ ਸੀ। ਪਰ ਰੁਪਾਣੇ ਦੇ ਘਰ 'ਚ ਮੈਨੂੰ ਕੋਈ ਤਬਦੀਲੀ ਨਜ਼ਰ ਨਾ ਆਈ। ਉਸੇ ਥਾਂ ਉਸੇ ਕਮਰੇ 'ਚ ਬੂਹੇ ਦੇ ਨਾਲ ਕਰਕੇ ਲੱਗੇ ਬੈੱਡ 'ਤੇ ਉਹ ਚੌਂਕੜੀ ਮਾਰੀ ਬੈਠਾ ਸੀ। ਬੈੱਡ 'ਤੇ ਸਾਫ਼ ਸੁਥਰੀ ਚਾਦਰ ਵਿਛੀ ਸੀ ਤੇ ਜਦੋਂ ਜਿੰਦਰ ਨਾਲ ਪਹਿਲੀ ਵਾਰ ਉਹਦੇ ਘਰ ਗਿਆ ਸੀ ਤਾਂ ਉਦੋਂ ਬੈੱਡ 'ਤੇ ਖਿਲਰੀਆਂ ਕਿਤਾਬਾਂ 'ਚ ਘਿਰਿਆ ਬੈਠਾ ਸੀ। ਉਦੋਂ ਉਹਦੇ ਸਿਰਹਾਣੇ ਬੈੱਡ ਦੇ ਪਾਵੇ ਨਾਲ ਮੋਟਾ ਸੰਤਰਾ ਮਾਰਕਾ ਖਾਲੀ ਹੋਣ ਦੇ ਕਰੀਬ ਬੋਤਲ ਪਈ ਸੀ। ਬੈੱਡ ਦੇ ਕੋਲ ਹੀ ਤਿਪਾਈ 'ਤੇ ਉਹਦੀ ਐਸ਼ਟਰੇ ਰੱਖੀ ਹੋਈ ਸੀ। ਅੱਜ ਕਿਧਰੇ ਨਾ ਕੋਈ ਬੋਤਲ ਤੇ ਨਾ ਐਸ਼ਟਰੇ ਦਿਸਦੀ ਸੀ। ਉਹਨੇ ਦਾਰੂ ਤੇ ਸਿਗਰਟ ਛੱਡ ਦਿੱਤੀਆਂ ਸਨ। ਰੁਪਾਣੇ ਦਾ ਮੱਥੇ ਤੋਂ ਲੈ ਕੇ ਗਿੱਚੀ ਤੱਕ ਸਿਰ ਗੰਜਾ ਹੋ ਗਿਆ ਸੀ ਤੇ ਸਿਰਫ ਕੰਨਾਂ ਦੇ ਉੱਪਰਲੇ ਪਾਸੇ ਵਿਰਲੇ ਗਿੱਠਕ ਲੰਮੇ ਚਿੱਟੇ ਵਾਲ ਹਨ ਜੋ ਹੇਠਾਂ ਵੱਲ ਲਮਕ ਰਹੇ ਸਨ। ਅੱਜ ਉਹ ਬੜਾ ਸ਼ਾਂਤ ਚਿੱਤ ਗੱਲਾਂ ਕਰ ਰਿਹਾ ਸੀ ਤੇ ਸਧਾਰਨ ਗੱਲ ਨੂੰ ਅਸਾਧਾਰਨ ਬਣਾ ਕੇ ਪੇਸ਼ ਕਰਨ ਵਾਲਾ ਅੰਦਾਜ਼ ਗਾਇਬ ਸੀ। ਉਸ ਕੋਲ ਬੈਠਿਆਂ ਦਾ ਸਮਾਂ ਤਾਂ ਖੰਭ ਲਾ ਕੇ ਉੱਡ ਜਾਂਦਾ ਹੈ। 2 ਵਾਰ ਅਸੀਂ ਚਾਹ ਪੀ ਲਈ ਸੀ। ਇਸ ਸਾਰੇ ਸਮੇਂ ਦੌਰਾਨ ਉਹ ਇੱਕ ਵਾਰ ਵੀ ਨਹੀਂ ਸੀ ਖੰਘਿਆ। ਐਤਕੀ ਦੀ ਵਿਸਾਖੀ ਵਾਲੇ ਦਿਨ ਤੋਂ ਉਹਨੂੰ 81ਵਾਂ ਲੱਗ ਗਿਆ। ਅੱਜ ਮੈਨੂੰ ਉਹਦੇ ਚਿਹਰੇ 'ਤੇ ਵੱਖਰੀ ਕਿਸਮ ਦੀ ਸ਼ਾਂਤੀ ਤੇ ਜਲੌ ਦਿਸਿਆ ਤੇ ਦੁੱਧ ਚਿੱਟੇ ਕੱਪੜਿਆਂ 'ਚ ਬੈਠਾ ਉਹ ਕੋਈ ਸੰਤ ਮਹਾਤਮਾ ਜਾਪ ਰਿਹਾ ਸੀ। ਧੰਨਵਾਦ।